ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਹਫਤਾ ਹੋ ਚੁੱਕਾ ਹੈ, ਇਜ਼ਰਾਈਲ ਦਾ ਯੁੱਧ ਚੱਲਦਾ ਪਿਆ ਹੈ। ਹਮਸ ਦੇ ਨਾਲ ਬਹੁਤ ਜ਼ਿਆਦਾ ਤਬਾਹੀ ਹੋ ਰਹੀ ਹੈ, ਜਾਨਾਂ ਜਾ ਰਹੀਆਂ ਨੇ ਦੋਵੇਂ ਪਾਸਿਆਂ ਤੋਂ। ਇਜ਼ਰਾਈਲ ਨੇ ਗਾਜ਼ਾ ਪੱਟੀ ਤੇ ਬਹੁਤ ਜ਼ਬਰਦਸਤ ਅਟੈਕ ਕੀਤੇ ਨੇ ਔਰ ਕਿਸੇ ਵੇਲੇ ਕਿਹਾ ਜਾਂਦਾ ਸੀ ਇਜ਼ਰਾਈਲ ਦੀ ਸੁਰੱਖਿਆ ਪ੍ਰਣਾਲੀ ਬਹੁਤ ਜ਼ਿਆਦਾ ਮਜ਼ਬੂਤ ਹੈ, ਸਾਰੀ ਦੁਨੀਆ ਦੇ ਵਿੱਚ ਸਿਰ ਕੱਢ ਹੈ। ਪਰ ਅਸੀਂ ਦੇਖਿਆ ਕਿ ਹਮਸ ਉੱਥੇ ਅਟੈਕ ਕਰਨ ਦੇ ਵਿੱਚ ਕਾਮਯਾਬ ਹੋਇਆ, ਪਲੈਨਿੰਗ ਦੇ ਨਾਲ ਹੋ ਸਕਦਾ ਹੈ ਔਰ ਹੋਇਆ ਵੀ। ਸੋ ਇਜ਼ਰਾਈਲ ਉਹਦਾ ਜਵਾਬ ਦੇ ਰਿਹਾ ਹੈ ਕਿ ਗਾਜ਼ਾ ਪੱਟੀ ਨੂੰ ਅਸੀਂ ਬਿਲਕੁਲ ਖਤਮ ਕਰ ਦੇਣਾ ਹੈ ਔਰ ਇਸ ਤਰ੍ਹਾਂ ਦੇ ਜਵਾਬ ਦੇਣੇ ਨੇ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਹਮਸ ਦੀਆਂ ਕਿ ਇਸ ਤਰ੍ਹਾਂ ਤੁਸੀਂ ਇਜ਼ਰਾਈਲ ਦੇ ਨਾਲ ਅਟੈਕ ਕੀਤਾ। ਇੱਧਰ ਅਮਰੀਕਾ ਸਪੋਰਟ ਕਰ ਰਿਹਾ ਇਜ਼ਰਾਈਲ ਨੂੰ ਔਰ ਅਮਰੀਕਾ ਨੇ ਯੁੱਧ ਸਮੱਗਰੀ ਵੀ ਭੇਜੀ ਹੈ। ਉਹਦਾ ਕਾਰਨ ਇਹ ਵੀ ਹੈ ਕਿ ਇੱਕ ਸੰਤੁਲਨ ਚਾਹੁੰਦਾ ਹੈ ਅਮਰੀਕਾ, ਕਿਉਂਕਿ ਇਹ ਇਲਾਕਾ ਜਿੱਥੇ ਅਟੈਕਸ ਹੋ ਰਹੇ ਨੇ ਇਹ ਬਿਜ਼ਨਸ ਦੇ ਤੌਰ ਤੇ ਵੀ ਟ੍ਰੇਡ ਦੇ ਤੌਰ ਤੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਜੋ G20 ਦੇ ਵਿੱਚ ਅਸੀਂ ਡਿਸੀਜ਼ਨ ਲਿੱਤਾ ਸੀ ਇੱਕ ਇਕਨੋਮਿਕ ਕੋਰੀਡੋਰ ਬਣਾਉਣ ਦਾ, ਉਹਦੇ ਵਿੱਚ ਇਹ ਇਲਾਕਾ ਸ਼ਾਮਿਲ ਹੈ। ਭਾਰਤ ਇਹ ਇਲਾਕਾ ਜਿੱਥੇ ਅਟੈਕ ਹੋਏ ਨੇ ਤੇ ਅਮਰੀਕਾ, ਇਹ ਯੂਰਪੀਅਨ ਯੂਨੀਅਨ, ਸਾਰੇ ਦੇਸ਼ ਮਿਲ ਕੇ ਇੱਕ ਇਕਨੋਮਿਕ ਕੋਰੀਡੋਰ ਬਣਾਉਣਾ ਚਾਹੁੰਦੇ ਸੀ। ਹਜੇ ਉਸ ਦਾ ਪਤਾ ਨਹੀਂ ਕਿ ਉਹ ਬਣੇਗਾ ਕਿ ਨਹੀਂ ਬਣੇਗਾ। ਫਿਲਹਾਲ ਸਿਚੁਏਸ਼ਨ ਇਹ ਬਣੀ ਹੋਈ ਹੈ ਕਿ ਜਾਨਾਂ ਜਾ ਰਹੀਆਂ ਨੇ, ਤਬਾਹੀ ਹੋ ਰਹੀ ਹੈ ਔਰ ਅਮਰੀਕਾ ਨੂੰ ਇਸ ਚੀਜ਼ ਦਾ ਖਤਰਾ ਹੈ ਕਿ ਕਿਤੇ ਈਰਾਨ ਇਸ ਯੁੱਧ ਦੇ ਵਿੱਚ ਨਾ ਆ ਜਾਵੇ। ਸੀਰੀਆ ਦੇ ਰਸਤੇ ਹਿਜ਼ਬੁੱਲਾ ਇੱਕ ਹੋਰ ਜੋ ਅੱਤਵਾਦੀ ਸੰਗਠਨ ਹੈ ਉਹ ਕਿਤੇ ਸ਼ਾਮਿਲ ਨਾ ਹੋ ਜਾਏ ਤੇ ਇਹ ਲੜਾਈ ਬਹੁਤ ਜ਼ਿਆਦਾ ਭੜਕ ਸਕਦੀ ਹੈ। ਬਾਈਡਨ ਸਾਹਿਬ ਲਗਾਤਾਰ ਫੋਨ ਦੇ ਉੱਤੇ ਅਥਾਰਟੀਜ਼ ਜੋ ਇਜ਼ਰਾਈਲ ਦੀਆਂ ਨੇ ਉਹਨਾਂ ਨਾਲ ਕੰਟੈਕਟ ਬਣਾ ਕੇ ਰੱਖਿਆ ਹੋਇਆ ਉਹਨਾਂ ਨੇ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਵਚਨ ਦਿੱਤਾ ਹੋਇਆ ਹੈ ਤੇ ਨਾਲ ਹੀ ਚੇਤਾਵਨੀ ਵੀ ਜਾਰੀ ਕੀਤੀ ਹੈ ਈਰਾਨ ਦੇ ਲਈ ਕਿ ਇਸ ਯੁੱਧ ਤੋਂ ਦੂਰ ਰਵੇ। ਔਰ ਈਰਾਨ ਦੇ ਲਈ ਇੱਕ ਇਕਨੋਮਿਕ ਸਪੋਰਟ ਵੀ ਜਾਰੀ ਕੀਤੀ ਗਈ ਸੀ, ਕੁਝ ਫੰਡਸ ਵੀ ਜਾਰੀ ਕੀਤੇ ਗਏ ਸੀ ਜੋ ਇਸ ਵਕਤ UN ਦੀ ਨਿਗਰਾਨੀ ਵਿੱਚ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਫੰਡਸ ਦਾ ਇਸਤੇਮਾਲ ਬਿਲਕੁਲ ਨਹੀਂ ਕੀਤਾ ਗਿਆ। ਹਾਲਾਂਕਿ ਓਪੋਜੀਸ਼ਨ ਜੋ ਹੈ ਬਾਈਡਨ ਸਾਹਿਬ ਦੇ ਉੱਤੇ ਲਗਾਤਾਰ ਹਮਲਾ ਕਰ ਰਹੀ ਹੈ ਪਾਰਲੀਮੈਂਟ ਦੇ ਵਿੱਚ ਕਿ ਇਸ ਫੰਡ ਦਾ ਇਸਤੇਮਾਲ ਈਰਾਨ ਨੇ ਕੀਤਾ ਹੈ ਇਹਨਾਂ ਅੱਤਵਾਦੀ ਗਰੁੱਪਸ ਨੂੰ ਸਪੋਰਟ ਕਰਨ ਦੇ ਲਈ। ਸੋ ਇਹ तमाम ਖਤਰੇ ਬਣੇ ਹੋਏ ਨੇ ਔਰ ਯੂਕਰੇਨ ਦਾ ਯੁੱਧ ਰਸ਼ੀਆ ਨਾਲ 600 ਦਿਨ ਹੋ ਜਾਣਗੇ ਆਉਣ ਵਾਲੇ 1 ਜਾਂ 2 ਦਿਨ ਤੋਂ ਬਾਅਦ। ਉਹ ਵੀ ਇੱਕ ਲੰਮਾ ਯੁੱਧ ਚੱਲਦਾ ਪਿਆ ਔਰ ਇੱਕ ਨਵਾਂ ਯੁੱਧ ਸ਼ੁਰੂ ਹੋ ਗਿਆ ਹੈ, ਹਫ਼ਤੇ ਤੋਂ ਜ਼ਿਆਦਾ ਹੋ ਗਿਆ ਹੈ ਇਜ਼ਰਾਈਲ ਤੇ ਹਮਸ ਦਾ। ਔਰ ਇਹ ਦੋਵੇਂ ਯੁੱਧ ਮਿਲ ਕੇ ਜੋ ਪੂਰੀ ਦੁਨੀਆ ਦੀ ਇਕਨੋਮੀ ਹੈ ਉਹਦੇ ਉੱਤੇ ਅਸਰ ਪਾ ਰਹੇ ਨੇ। ਸਾਡੀ ਤੁਹਾਡੀ ਜੀਵਨ ਦੀ ਜੋ ਸ਼ੈਲੀ ਹੈ, ਸਾਡਾ ਤੁਹਾਡਾ ਜੋ ਜ਼ਿੰਦਗੀ ਜਿਉਣ ਦਾ ਤਰੀਕਾ ਹੈ ਉਹਦੇ ਉੱਤੇ ਵੀ ਅਸਰ ਪਾ ਰਹੇ ਨੇ। ਇਹ ਅਸਰ ਕੀ ਨੇ, ਕਿੱਥੇ ਤੱਕ ਜਾ ਰਹੇ ਨੇ ਔਰ ਆਉਣ ਵਾਲੇ ਵਕਤ ਦੇ ਵਿੱਚ ਇਹਦਾ ਕੀ ਨਤੀਜਾ ਹੋ ਸਕਦਾ ਹੈ, ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਇਕਨੋਮਿਸਟ ਰਾਜੀਵ ਖੋਸਲਾ। ਰਾਜੀਵ ਜੀ, ਵੈਲਕਮ ਟੂ NRI ਵਰਡ। ਮਿਹਰਬਾਨੀ ਜੀ ਖੰਨਾ ਸਾਹਿਬ, ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਇੱਕ ਮੈਨੂੰ ਨਾ ਬੜੀ ਅਜੀਬ ਸਟੇਟਮੈਂਟ ਲੱਗਦੀ ਆ, ਯੁੱਧ ਹੋ ਰਿਹਾ ਹੈ ਸ਼ਾਂਤੀ ਸਥਾਪਿਤ ਕਰਨ ਲਈ। ਯੁੱਧ ਵੀ ਕਦੀ ਸ਼ਾਂਤੀ ਸਥਾਪਿਤ ਕਰ ਸਕਦਾ? ਯੁੱਧ ਤਾਂ ਆਪਣੇ ਆਪ ਦੇ ਵਿੱਚ ਇੱਕ ਮਸਲਾ ਹੈ, ਉਹ ਮਸਲਿਆਂ ਨੂੰ ਕਿਵੇਂ ਹੱਲ ਕਰ ਸਕਦਾ? ਮਸਲੇ ਤਾਂ ਹਮੇਸ਼ਾ ਟੇਬਲ ਦੇ ਉੱਤੇ ਬੈਠ ਕੇ ਹੀ ਹੱਲ ਹੁੰਦੇ ਨੇ, ਯੁੱਧ ਦੇ ਮੈਦਾਨ ਦੇ ਵਿੱਚ ਨਹੀਂ। ਯੁੱਧ ਦੇ ਮੈਦਾਨ ਦੇ ਵਿੱਚ ਤੇ ਜਾਨਾਂ ਜਾਂਦੀਆਂ ਨੇ ਦੋਵਾਂ ਪਾਸਿਆਂ ਦੀਆਂ, ਨੁਕਸਾਨ ਹੁੰਦੇ ਨੇ। ਪਰ ਜਦੋਂ ਅਸੀਂ ਵਾਰਤਾ ਕਰਦੇ ਹਾਂ, ਡਾਇਲੋਗ ਕਰਦੇ ਹਾਂ, ਸੰਵਾਦ ਰਚਦੇ ਹਾਂ, ਉਹ ਟੇਬਲ ਤੇ ਬੈਠ ਕੇ ਹੀ ਸਾਰੀ ਗੱਲਬਾਤ ਹੁੰਦੀ ਹੈ ਔਰ ਸਾਰੇ ਮਸਲਿਆਂ ਦਾ ਹੱਲ ਹੁੰਦਾ ਹੈ। ਸੋ ਅਸੀਂ ਇਸ ਯੁੱਧ ਦੀ ਗੱਲ ਕਰਾਂਗੇ। ਕੀ ਲੱਗਦਾ ਹੈ ਕੀ ਨਤੀਜੇ ਹੋ ਸਕਦੇ ਨੇ ਇਸ ਯੁੱਧ ਦੇ? ਹਫ਼ਤੇ ਤੋਂ ਜ਼ਿਆਦਾ ਹੋ ਚੁੱਕਾ ਹੈ ਰਾਜੀਵ। ਬਿਲਕੁਲ ਤੁਹਾਡੀ ਗੱਲ ਵਾਜਬ ਹੈ ਜੀ ਖੰਨਾ ਸਾਹਿਬ ਕਿ 7 ਦਿਨ ਹੁਣ ਹੋ ਰਹੇ ਨੇ ਇਸ ਯੁੱਧ ਨੂੰ ਛਿੜੇ ਹੋਏ ਔਰ ਹੁਣ ਇਹਦੇ ਜਿਹੜੇ ਆਫਟਰ ਇਫੈਕਟਸ ਨੇ ਸਰਟਨਲੀ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਇਹਦਾ ਜਿਹੜਾ ਇੰਪੈਕਟ ਹੈ ਵਿਸ਼ਵ ਭਰ ਦੇ ਵਿੱਚ ਇਹਦਾ ਇੰਪੈਕਟ ਹੋਣ ਜਾ ਰਿਹਾ ਹੈ ਔਰ ਉਹ ਕਿਸ ਤਰੀਕੇ ਦੇ ਨਾਲ ਹੋ ਰਿਹਾ ਉਹਦੀ ਚਰਚਾ ਆਪਾਂ ਕਰਦੇ ਹਾਂ। ਹਜੇ ਇਮੀਡੀਏਟਲੀ ਜੋ ਸਾਨੂੰ ਸਾਹਮਣੇ ਨਜ਼ਰ ਆਇਆ ਉਹ ਨਜ਼ਰ ਆ ਰਿਹਾ ਕਿ ਇੱਕ ਤਾਂ ਕਰੂਡ ਜਿਹੜਾ ਹੈਗਾ, ਕੱਚਾ ਤੇਲ ਜਿਹੜਾ ਹੈ, ਉਹਦੇ ਜਿਹੜੇ ਰੇਟ ਨੇ ਉਹ ਵਧਣੇ ਸ਼ੁਰੂ ਹੋ ਗਏ ਹੈ, ਕਿਉਂਕਿ ਕਰੂਡ ਇੱਕ ਇਦਾਂ ਦੀ ਕਮੋਡਿਟੀ ਹੈ ਜਿਹੜੀ ਹਰੇਕ ਬੰਦੇ ਤੱਕ ਪਹੁੰਚਦੀ ਹੈ। ਸਿਰਫ ਮੁਲਕਾਂ ਦੇ ਉੱਤੇ ਹੀ ਉਹਦਾ ਇਫੈਕਟ ਨਹੀਂ ਪੈਂਦਾ, ਸਿਰਫ ਸਰਕਾਰਾਂ ਦੇ ਉੱਤੇ ਉਹਦਾ ਇਫੈਕਟ ਨਹੀਂ ਪੈਂਦਾ, ਬਲਕਿ ਆਮ ਜਨਤਾ ਦੇ ਉੱਤੇ ਵੀ ਉਹਦਾ ਬਹੁਤ ਵੱਡਾ ਇੱਕ ਇੰਪੈਕਟ ਆਉਂਦਾ। ਤਾਂ ਸਾਡੇ ਸਾਹਮਣੇ ਜੋ ਹਫ਼ਤੇ ਬਾਅਦ ਸਾਨੂੰ ਨਜ਼ਰ ਆ ਰਿਹਾ ਉਹ ਹੈ ਕਿ ਕਰੂਡ ਦੇ ਜਿਹੜੇ ਰੇਟ ਹੈ ਉਹ ਵਧਣੇ ਸ਼ੁਰੂ ਹੋ ਗਏ ਹੈ। ਯੂਰਪ ਦੇ ਵਿੱਚ ਗੈਸੋਲੀਨ ਜਿਹੜੀ ਹੈਗੀ ਹੈ ਉਹਦੇ ਰੇਟ ਜਿਹੜੇ ਨੇ ਵਧਣੇ ਸ਼ੁਰੂ ਹੋ ਗਏ ਹੈ। ਜਿਹੜਾ ਹੁਣ ਤੁਸੀਂ ਸਵਾਲ ਪੁੱਛਿਆ ਵੀ ਇਹਦਾ ਕੀ ਨਤੀਜਾ ਹੋ ਸਕਦਾ, ਇੱਕ
ਬਲੂਮਬਰਗ ਦੇ ਇਕਨੋਮਿਸਟ ਜਿਹੜੇ ਨੇ ਉਹਨਾਂ ਨੇ ਇਹਦੇ ਬਾਰੇ ਇੱਕ ਚਰਚਾ ਕੀਤੀ ਹੈ। ਉਹਦੇ ਚ ਉਹਨਾਂ ਨੇ ਦੱਸਿਆ ਹੈ ਵੀ 3 ਤਰੀਕੇ ਦਾ ਇਹਦਾ ਇੰਪੈਕਟ ਜਿਹੜਾ ਹੈ ਹੋ ਸਕਦਾ। ਪਹਿਲਾ ਇੰਪੈਕਟ ਹੈਗਾ ਕਨਫਾਈਨਡ ਵਾਰ ਦਾ ਮਤਲਬ ਹੈ ਇੱਕ ਖੇਤਰ ਦੇ ਵਿੱਚ ਹੀ ਸਿਰਫ ਇਹ ਲੜਾਈ ਹੋਵੇ, ਜਿਸ ਦਾ ਮਤਲਬ ਹੈ ਫਲਸਤੀਨ ਦੇ ਵਿੱਚ ਜਾਂ ਹਮਸ ਦੇ ਵਿੱਚ ਜਾਂ ਇਜ਼ਰਾਈਲ ਤੱਕ ਹੀ ਇਹ ਰਿਸਟ੍ਰਿਕਟ ਕਰ ਜਾਵੇ, ਲੜਾਈ ਜ਼ਿਆਦਾ ਨਾ ਫੈਲੇ। ਉਹਦਾ ਇੰਪੈਕਟ ਉਹ ਕਹਿੰਦਾ ਵੀ ਥੋੜਾ ਹੋਏਗਾ। ਉਹਦੇ ਨਾਲ ਕੀ ਹੈ ਵੀ ਰੇਟ ਜਿਹੜੇ ਵਧਨੇ ਆ, ਜਿਹੜੇ ਕੱਚੇ ਤੇਲ ਦੇ ਵੀ ਕੀਮਤਾਂ ਵਧਣਗੀਆਂ, ਉਹ ਇੱਕ ਲਿਮਿਟ ਤੱਕ ਵਧਣਗੀਆਂ, ਬਹੁਤ ਜ਼ਿਆਦਾ ਨਹੀਂ ਵਧਣਗੀਆਂ ਸਾਰੇ ਵਿਸ਼ਵ ਭਰ ਦੇ ਵਿੱਚ, ਕਿਉਂਕਿ ਇਹ ਦੂਜੀ ਜੰਗ ਸ਼ੁਰੂ ਹੋ ਗਈ ਹੈ। ਪਹਿਲੀ ਜੰਗ ਜਿੱਦਾਂ ਤੁਸੀਂ ਦੱਸਿਆ ਹੈਗਾ ਵੀ 600 ਦਿਨ ਹੋ ਗਏ ਰਸ਼ੀਆ ਯੂਕਰੇਨ ਦੀ ਜਿਹੜੀ ਜੰਗ ਚੱਲ ਰਹੀ ਹੈ, ਇਹ ਦੂਸਰੀ ਜੰਗ ਹੈ ਔਰ એનર્ਜੀ ਸੈਕਟਰ ਦੇ ਵਿੱਚ ਹੈ। ਪਹਿਲੀ ਵੀ એનર્ਜੀ ਰਸ਼ੀਆ ਔਰ ਯੂਕਰੇਨ ਦੇ ਵਿੱਚੋਂ ਦੀ ਖਾਣਾ ਔਰ એનર્ਜੀ ਜਿਹੜੀ ਹੈ, ਜਿੱਥੋਂ ਕੋਲਾ, ਜਿੱਥੋਂ ਤੇਲ, ਜਿੱਥੋਂ ਗੈਸ ਨਿਕਲਦੀ ਹੈ, ਇੱਥੇ ਵੀ ਇਹੀ ਚੀਜ਼ ਹੈ। ਕੋਲਾ ਖਾਸ ਕਰਕੇ ਤੇਲ ਜਿਹੜਾ ਹੈ ਇੱਥੇ ਕਰੂਡ ਆਇਲ ਨੂੰ ਅਫੈਕਟ ਕਰੇਗੀ। ਤਾਂ ਅਗਰ ਤਾਂ ਇਹ ਸਿਰਫ ਕਨਫਾਈਨਡ ਵਾਰ ਰਹਿ ਜਾਂਦੀ ਹੈ, ਇਹਦਾ ਇੰਪੈਕਟ ਬਹੁਤ ਜ਼ਿਆਦਾ ਨਹੀਂ ਹੋਏਗਾ। ਜਿਹੜੇ ਤੇਲ ਦੇ ਰੇਟ ਨੇ ਉਹ $87 ਤੋਂ ਸ਼ੁਰੂ ਹੋਏ ਨੇ, 90-92 ਤੱਕ ਆ ਕੇ ਹੀ ਸੈਟਲ ਹੋ ਜਾਣਗੇ। ਦੁਨੀਆ ਦੇ ਉੱਤੇ ਵੱਡਾ ਖੋਰਾ ਨਹੀਂ ਲੱਗੇਗਾ ਇਸ ਵਾਰ ਦਾ, ਨਾ ਇਨਫਲੇਸ਼ਨ ਫੈਲੇਗੀ ਬਹੁਤ ਜ਼ਿਆਦਾ, ਨਾ GDP ਬਹੁਤ ਜ਼ਿਆਦਾ ਥੱਲੇ ਆਏਗੀ। ਦੂਜਾ ਸਿਨੈਰੀਓ ਉਹਨਾਂ ਨੇ ਜਿਹੜਾ ਕਿਹਾ, ਉਹ ਕਹਿੰਦੇ ਪ੍ਰੋਕਸੀ ਵਾਰ ਹੋ ਜੇ। ਪ੍ਰੋਕਸੀ ਵਾਰ ਦਾ ਮਤਲਬ ਹੈ ਗਾਜ਼ਾ, ਵੈਸਟ ਬੈਂਕ, ਲੈਬਨਾਨ, ਸੀਰੀਆ, ਹਿਜ਼ਬੁੱਲਾ, ਇਹ ਲੋਕ ਜਿਹੜੇ ਨੇ ਇਹ ਹਮਸ ਦੇ ਨਾਲ ਆ ਕੇ ਖੜੇ ਹੋ ਜਾਣ, ਚਾਹੇ ਸਿੱਧੇ ਤਰੀਕੇ ਦੇ ਨਾਲ ਜਾਂ ਅਸਿੱਧੇ ਤਰੀਕੇ ਦੇ ਨਾਲ ਉਹਦੀ ਮਦਦ ਕਰਨ। ਉਹਦੇ ਨਾਲ ਕੀ ਹੋਏਗਾ, ਤੇਲ ਦੇ ਰੇਟ ਜਿਹੜੇ ਨੇ $8 ਤੋਂ $10 ਪ੍ਰਤੀ ਬੈਰਲ ਹੋਰ ਵੱਧ ਜਾਣਗੇ। ਤੇਲ 100 ਪਾਰ ਚਲਾ ਜਾਏਗਾ, $100 ਪ੍ਰਤੀ ਬੈਰਲ ਉੱਪਰ ਚਲਾ ਜਾਏਗਾ, ਜਿਸ ਦੇ ਨਾਲ ਕੀ ਹੈ ਮਾਰਕੀਟ ਦੇ ਵਿੱਚ ਇਨਫਲੇਸ਼ਨ ਜਿਹੜੀ ਹੈ, ਵਰਲਡ ਵਾਈਡ ਜਿਹੜੀ ਇਨਫਲੇਸ਼ਨ ਹੈ, ਜਿਹੜੀ ਕੀਮਤਾਂ ਨੇ ਉਹਨਾਂ ਦੇ ਵਿੱਚ ਅੱਗ ਲੱਗਣ ਦੀ ਸੰਭਾਵਨਾ ਹੈ। ਨਾਲ ਦੇ ਨਾਲ GDP ਜਿਹੜੀ ਹੈ, ਵਰਲਡ ਵਾਈਡ GDP ਜਿਹੜੀ ਹੈ, ਗਰੋਥ ਜਿਹੜੀ ਹੈਗੀ ਹੈ ਮੁਲਕਾਂ ਦੀ, ਉਹਦੇ ਉੱਤੇ ਵੀ ਖੋਰਾ ਲੱਗੇਗਾ, ਉਹ ਵੀ ਥੱਲੇ ਆਏਗੀ। ਤੀਸਰਾ ਹੈ ਕਿ ਡਾਇਰੈਕਟ ਵਾਰ ਹੋ ਜਾਏ। ਡਾਇਰੈਕਟ ਵਾਰ ਦਾ ਮਤਲਬ ਹੈ ਇਜ਼ਰਾਈਲ ਔਰ ਈਰਾਨ ਆਮਣੇ ਸਾਹਮਣੇ ਆ ਕੇ ਖੜੇ ਹੋ ਜਾਣ। ਜੋ ਹਲੇ ਖਦਸ਼ਾ ਹੈ ਕਿ ਈਰਾਨ ਜਿਹੜਾ ਹੈ ਉਹ ਹਮਸ ਦੀ ਸਪੋਰਟ ਕਰ ਰਿਹਾ, ਲੇਕਿਨ ਜੇ ਉਹ ਸਿੱਧਾ ਆ ਕੇ ਖੜਾ ਹੋ ਜਾਏ ਇਜ਼ਰਾਈਲ ਦੇ ਸਾਹਮਣੇ, ਫਿਰ ਇਹਦਾ ਜਿਹੜੇ ਕੈਟਾਸਟ੍ਰੋਫਿਕ ਇਫੈਕਟਸ ਹੋਣਗੇ, ਬਹੁਤ ਵੱਡਾ ਇਫੈਕਟ ਹੋਏਗਾ। ਤੇਲ ਦੀਆਂ ਕੀਮਤਾਂ ਜਿਹੜੀਆਂ ਨੇ $150 ਪ੍ਰਤੀ ਬੈਰਲ ਤੱਕ ਪਹੁੰਚ ਜਾਣਗੀਆਂ। ਆਮ ਲੋਕਾਂ ਦੇ ਲਈ ਜਿਉਣਾ ਬਹੁਤ ਔਖਾ ਹੋ ਜਾਏਗਾ। ਇਨਫਲੇਸ਼ਨ ਜਿਹੜੀ ਹੈ ਰਿਵਾਈਵ ਹੋ ਜਾਏਗੀ। ਸੈਕੰਡ ਵੇਵ ਆਫ ਇਨਫਲੇਸ਼ਨ ਜਿਹੜੀ ਹੈ ਉਹ ਆ ਜਾਏਗੀ। ਲੋਕਾਂ ਦੀਆਂ ਨੌਕਰੀਆਂ ਜਾਣਗੀਆਂ, GDP ਥੱਲੇ ਲੱਗੇਗੀ। GDP ਉਸ ਦੇ ਵਿੱਚ ਸੰਸਾਰ ਭਰ ਦੇ ਵਿੱਚ ਜਿਹੜੀ ਗਰੋਥ ਹੈ, ਗਰੋਥ ਦਾ ਚੱਕਰ ਜਿਹੜਾ ਹੈ ਉਹ ਪਿੱਛੇ ਆਣਾ ਸ਼ੁਰੂ ਹੋ ਜਾਏਗਾ। ਸੋ 3 ਤਰੀਕੇ ਦੇ ਇਹ ਇਫੈਕਟਸ ਦੀ ਗੱਲ ਹੋ ਰਹੀ ਹੈ। ਰਾਜੀਵ ਜੀ, ਅਮਰੀਕਾ ਇਸ ਚੀਜ਼ ਦੀ ਤਹਿਕੀਕਾਤ ਕਰਵਾ ਰਿਹਾ ਹੈ ਕਿ ਕਿਤੇ ਈਰਾਨ ਇਹਦੇ ਪਿੱਛੇ ਇਨਵੋਲਵ ਤਾਂ ਨਹੀਂ ਹੈਗਾ, ਈਰਾਨ ਕਿਤੇ ਇਹਦੇ ਪਿੱਛੇ ਖੜਾ ਤਾਂ ਨਹੀਂ ਹੈਗਾ ਜੋ ਇਹ ਅਟੈਕ ਹੋਇਆ ਹੈ, ਕੋਈ ਸਪੋਰਟ ਤਾਂ ਨਹੀਂ ਹੈ। ਇਸ ਕਰਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਸੋ ਇਹ ਤਾਂ ਹੈ ਯੁੱਧ ਦੀ ਸਾਰੀ ਸਟ੍ਰੈਟਜੀ ਚੱਲਦੀ ਰਹਿੰਦੀ ਹੈ, ਕਿਉਂਕਿ ਅਮਰੀਕਾ ਨੇ ਜੋ ਆਪਣੇ ਨੇਵੀ ਸੈਨਾ ਦੇ ਯੁੱਧ ਪੋਤ ਭੇਜੇ ਨੇ ਉਹਦੇ ਉੱਤੇ ਵੀ ਜਾਸੂਸੀ ਰਾਕਟ ਔਰ ਜਾਸੂਸੀ ਹਵਾਈ ਜਹਾਜ਼ ਵੀ ਜੋ ਐਟੋਮਿਕ ਐਨਰਜੀ ਨਾਲ ਚੱਲਦੇ ਨੇ ਤਾਇਨਾਤ ਕੀਤੇ ਹੋਏ ਨੇ। ਸੋ ਕਿਉਂਕਿ ਉਸ ਵਾਟਰਸ ਦੇ ਵਿੱਚ ਲੜਾਈ ਕਰਨ ਦਾ ਸੈਕੰਡ ਵਰਲਡ ਵਾਰ ਦਾ ਵੀ ਉਹਨਾਂ ਦਾ ਤਜਰਬਾ ਰਿਹਾ ਹੈ, ਇਸ ਕਰਕੇ ਟਰਸਟ ਕੀਤਾ ਜਾ ਸਕਦਾ ਹੈ ਉਸ ਨੇਵੀ ਪੋਤ ਦੇ ਉੱਤੇ, ਉਸ ਜਹਾਜ਼ ਦੇ ਉੱਤੇ ਕਿ ਜੇ ਕੋਈ ਈਰਾਨ ਦੇ ਵੱਲੋਂ ਇਨਵੋਲਵਮੈਂਟ ਹੁੰਦੀ ਹੈ ਉਹਨੂੰ ਕਿੱਦਾਂ ਰੋਕਿਆ ਜਾਵੇ। ਖੈਰ, ਇਹ ਤੇ ਆਫਟਰ ਇਫੈਕਟਸ ਨੇ, ਪਰ ਫਿਲਹਾਲ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਇਕਨੋਮਿਕਲ ਇੰਪੈਕਟ ਜੋ ਪੈਣੇ ਨੇ। ਵਰਲਡ ਇਕਨੋਮੀ ਡਿਸਟਰੋਏ ਹੋ ਜਾਏਗੀ, ਵਰਲਡ ਇਕਨੋਮੀ ਸਟੇਬਲ ਰਹੇਗੀ ਜਾਂ ਕਿਸੇ ਤਰ੍ਹਾਂ ਦਾ ਕੋਈ ਡਾਊਨਫਾਲ ਹੋ ਸਕਦਾ ਹੈ। GDP ਜੋ ਓਵਰਆਲ ਆਪਾਂ ਪੂਰੀ ਦੁਨੀਆ ਦੀ ਦੇਖੀਏ ਉਹਦੀ ਗਰੋਥ ਦੇ ਉੱਤੇ ਕੋਈ ਅਸਰ ਪਏਗਾ ਜਾਂ ਡਿਕਲਾਈਨ ਹੋ ਜਾਏਗੀ। ਔਰ ਬੈਂਕ ਰੇਟਸ ਦਾ ਕੀ ਹਾਲ ਬਣੇਗਾ, ਟੋਟਲ ਮਹਿੰਗਾਈ ਦਾ ਕੀ ਹਾਲ ਬਣੇਗਾ, ਕਿਉਂਕਿ ਇਸ ਵਕਤ ਪੂਰੀ ਦੁਨੀਆ ਮਹਿੰਗਾਈ ਦੀ ਮਾਰ ਦੇ ਨਾਲ ਜੂਝਦੀ ਪਈ ਹੈ। ਈਵਨ ਅਮਰੀਕਾ ਦੇ ਵਿੱਚ ਵੀ ਹਾਈ ਟਾਈਮ ਹੈ ਇਸ ਵਕਤ ਮਹਿੰਗਾਈ ਦਾ ਔਰ ਪਰੇਸ਼ਾਨ ਨੇ ਲੋਕ। ਪੂਰੀ ਦੁਨੀਆ ਦੀ ਇਕਨੋਮੀ ਦੇ ਉੱਤੇ ਇਹਦਾ ਕੀ ਇੰਪੈਕਟ ਹੋਣ ਵਾਲਾ ਹੈ ਉਹਨਾਂ ਹਾਲਾਤਾਂ ਦੇ ਵਿੱਚ, ਜਦੋਂ ਰਸ਼ੀਆ ਤੇ ਯੂਕਰੇਨ ਦੀ ਵਾਰ ਦਾ ਆਲਰੇਡੀ ਇੰਪੈਕਟ ਦੇਖਣ ਨੂੰ ਮਿਲ ਰਿਹਾ। ਜੋ ਬਲੈਕ ਸੀ ਦੇ ਵਿੱਚ ਟ੍ਰੇਡਸ ਦੀਆਂ ਸਾਰੀਆਂ ਸ਼ਰਤਾਂ ਸੀ ਉਹਦੀ ਉਲੰਘਣਾ ਵੀ ਹੋ ਰਹੀ ਹੈ। ਖਾਣੇ ਦੀ ਪ੍ਰੋਬਲਮ, એનર્ਜੀ ਸੈਕਟਰ ਦੀ ਪ੍ਰੋਬਲਮ, तमाम ਤਰ੍ਹਾਂ ਦੀਆਂ ਪ੍ਰੋਬਲਮਸ, ਕਿਉਂਕਿ ਜਦੋਂ ਖਾਣੇ ਦੀ ਸਾਰੀ ਵਿਵਸਥਾ ਦੇ ਉੱਤੇ ਔਰ એનર્ਜੀ ਸੈਕਟਰ ਦੀ ਸਾਰੀ ਵਿਵਸਥਾ ਦੇ ਉੱਤੇ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਇਹ ਆਟੋਮੈਟਿਕਲੀ
ਹੋ ਜਾਂਦਾ ਕਿ ਸਾਰੀਆਂ ਬਾਕੀ ਸੈਕਟਰਸ ਦੇ ਉੱਤੇ ਵੀ ਪ੍ਰੋਬਲਮਸ ਆ ਜਾਂਦੀਆਂ ਨੇ। ਰਾਜੀਵ ਜੀ, ਵਾਟਸ ਯੂਰ ਟੇਕ? ਸਰ, ਸਭ ਤੋਂ ਪਹਿਲਾਂ ਤਾਂ ਇਹਦਾ ਇੰਪੈਕਟ ਜਿਹੜਾ ਸਿੱਧੇ ਤੌਰ ਤੇ ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਪਿਛਲੇ ਸਵਾਲ ਦੇ ਵਿੱਚ ਵੀ ਉਹ ਕਰੂਡ ਦੇ ਉੱਤੇ ਆਏਗਾ। ਕਰੂਡ ਆਇਲ ਜਿਹੜਾ ਹੈ, ਤੇਲ ਜਿਹੜਾ ਹੈ ਉਹ ਮਹਿੰਗਾ ਹੋਏਗਾ, ਪੈਟਰੋਲ, ਡੀਜ਼ਲ, ਗੈਸੋਲੀਨ। ਔਰ ਗੈਸੋਲੀਨ ਦੇ ਪ੍ਰਾਈਸਸ ਸਾਡੇ ਸਾਹਮਣੇ ਆਏ ਹੈ। ਪਿਛਲੇ 3-4 ਦਿਨ ਦੇ ਅੰਦਰ ਅੰਦਰ ਗੈਸੋਲੀਨ ਦੇ ਪ੍ਰਾਈਸਸ ਵਧੇ ਨੇ। ਦੇਖੋ, ਸਾਰੇ ਦਾ ਸਾਰਾ ਯੂਰਪ, ਜਿੰਨਾ ਯੂਰਪ ਹੈਗਾ, ਇਹਨੂੰ ਰਸ਼ੀਆ ਦੇ ਵਿੱਚੋਂ ਦੀ ਗੈਸ ਮਿਲਣੀ ਬੰਦ ਹੋ ਗਈ ਸੀ ਜਦੋਂ ਤੋਂ ਇਹਨਾਂ ਨੇ ਰਸ਼ੀਆ ਦੇ ਉੱਤੇ ਸੈਂਕਸ਼ਨਸ ਲਾਈਆਂ ਨੇ। ਇਸ ਕਰਕੇ ਇਹਨਾਂ ਦੀ ਪੂਰੀ ਨਿਰਭਰਤਾ ਜਿਹੜੀ ਆ, 29 ਮੁਲਕਾਂ ਦੀ ਪੂਰੀ ਨਿਰਭਰਤਾ ਜਿਹੜੀ ਹੈਗੀ ਹੈ ਉਹ ਹੈਗੀ ਹੈ ਇਜ਼ਰਾਈਲ, ਈਰਾਨ, ਸਾਊਦੀ ਅਰੇਬੀਆ, ਇਹ ਯੂਰਪ ਦੇ ਇਹ ਜਿਹੜੀ ਮਿਡਲ ਈਸਟ ਦੇ ਉੱਤੇ, ਅਰਬ ਦੇਸ਼ਾਂ ਦੇ ਉੱਤੇ। ਹੁਣ ਹੋਇਆ ਕੀ ਹੈ ਕਿ ਇਜ਼ਰਾਈਲ ਦੇ ਲੜਾਈ ਦੇ ਵਿੱਚ ਜਾਣ ਕਾਰਨ ਸ਼ੈਵਰੋਨ ਕਾਰਪੋਰੇਸ਼ਨ ਦਾ ਇੱਕ ਤਾਮਰ ਪਲਾਂਟ ਹੈਗਾ ਹੈ ਜਿੱਥੋਂ ਗੈਸੋਲੀਨ ਪੈਦਾ ਹੁੰਦੀ ਸੀ, ਉੱਥੋਂ ਗੈਸੋਲੀਨ ਬੰਦ ਹੋ ਗਈ ਹੈ ਆਣੀ। ਸਿੱਟਾ ਕੀ ਨਿਕਲਿਆ ਉਹਦਾ? ਰੇਟ ਜਿਹੜੇ ਨੇ 50 ਯੂਰੋ ਪ੍ਰਤੀ ਮੈਗਾਵਾਟ ਪ੍ਰਤੀ ਘੰਟਾ ਜਿਹੜੇ ਹੈ ਯੂਰਪ ਦੇ ਵਿੱਚ ਪਹੁੰਚ ਗਏ ਨੇ। ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਵੀ ਸਰਦੀਆਂ ਇਸ ਵੇਲੇ ਸਾਹਮਣੇ ਖੜੀਆਂ ਨੇ। ਯੂਰਪ ਦੇ ਵਿੱਚ ਸਰਦੀ ਜਿਹੜੀ ਹੈ ਬੜੀ ਜ਼ੋਰਦਾਰ ਪੈਂਦੀ ਹੈ ਔਰ ਉੱਥੇ ਇੰਟਰਨਲ ਸਿਸਟਮਸ ਹੈਗੇ ਨੇ ਹੀਟਿੰਗ ਦੇ, ਉਹ ਗੈਸ ਦੇ ਨਾਲ ਚੱਲਦੇ ਨੇ। ਇਸ ਕਰਕੇ ਗੈਸ ਦੇ ਕਾਰਨ ਉਹ ਪ੍ਰਭਾਵਿਤ ਹੋਣਗੇ। ਪਹਿਲਾ ਇੰਪੈਕਟ ਜਿਹੜਾ ਹੈ ਇਹਦਾ ਵਰਲਡ ਦੇ ਉੱਤੇ ਗੈਸੋਲੀਨ ਦੇ ਰੇਟ ਔਰ ਤੇਲ ਔਰ ਡੀਜ਼ਲ ਦੇ ਰੇਟ ਦੇ ਨਾਲ ਦੇਖਣ ਨੂੰ ਮਿਲੇਗਾ। ਦੂਸਰੀ ਚੀਜ਼ ਜਿਹੜੀ ਹੈ, ਜਿਹੜੀ ਤੁਸੀਂ ਗੱਲ ਛੇੜੀ ਹੈ ਖੰਨਾ ਸਾਹਿਬ, ਕਿ ਜਿਹੜਾ ਇਨਫਲੇਸ਼ਨ ਹੈ ਉਹ ਵਧ ਰਹੀ ਹੈ। ਵਿਆਜ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਦੋਂ ਇਨਫਲੇਸ਼ਨ ਵਧੇਗੀ ਤਾਂ ਵਿਆਜ ਜਿਹੜਾ ਹੈ ਉਹ ਥੱਲੇ ਨਹੀਂ ਆਏਗਾ। ਜਿੰਨੇ ਸੈਂਟਰਲ ਬੈਂਕਸ ਨੇ, ਚਾਹੇ ਉਹ ਯੂਐਸ ਫੈਡ ਹੈ, ਯੂਰਪੀਅਨ ਸੈਂਟਰਲ ਬੈਂਕ ਹੈ, ਇੰਡੀਆ ਦਾ ਰਿਜ਼ਰਵ ਬੈਂਕ ਆਫ ਇੰਡੀਆ ਹੈ, ਇਹ ਕੋਈ ਵੀ ਜਿਹੜੇ ਸੈਂਟਰਲ ਬੈਂਕਸ ਨੇ ਉਹ ਵਿਆਜ ਨੂੰ ਘਟਾਉਣ ਦੀ ਹਿੰਮਤ ਨਹੀਂ ਕਰਨਗੇ। ਵਿਆਜ ਜਿਹੜਾ ਉੱਤੇ ਰਹੇਗਾ। ਜੇ ਵਿਆਜ ਉੱਤੇ ਰਹਿੰਦਾ ਹੈ ਤਾਂ ਆਮ ਜਨਤਾ ਜਿਹੜੀ ਹੈ, ਤੁਸੀਂ ਔਰ ਮੈਂ, ਜਿਹੜੇ ਅਸੀਂ ਕਰਜ਼ੇ ਲਿੱਤੇ ਹੋਏ ਹੈ, ਸਾਨੂੰ ਉਹਨਾਂ ਕਰਜ਼ਿਆਂ ਦੇ ਲਈ ਜ਼ਿਆਦਾ ਅਦਾਇਗੀ ਕਰਨੀ ਪਏਗੀ। ਵਿਆਜ ਜਿਹੜਾ ਹੈ ਸਾਨੂੰ ਵੀ ਜ਼ਿਆਦਾ ਪੇ ਕਰਨਾ ਪਏਗਾ। ਤੀਸਰੀ ਚੀਜ਼ ਜਿਹੜੀ ਇਹਦੇ ਚ ਆਉਂਦੀ ਹੈ, ਜਿਹੜੀ ਬੜੀ ਇੰਪੋਰਟੈਂਟ ਹੈ, ਵੀ ਸਟਾਰਟਅਪਸ ਜਿਹੜੇ ਨੇ ਉਹ ਪਹਿਲਾਂ ਹੀ ਦਮ ਤੋੜ ਰਹੇ ਨੇ ਕਿਉਂਕਿ ਉਹਨਾਂ ਨੂੰ ਸਸਤੀ ਪੂੰਜੀ ਨਹੀਂ ਮਿਲ ਰਹੀ। ਹੁਣ ਵਿਆਜ ਵਧੇ ਰਹਿਣਗੇ ਤਾਂ ਸਟਾਰਟਅਪਸ ਕਿੱਥੋਂ ਚੱਲਣਗੇ? ਇਹ ਤੀਸਰਾ ਇੰਪੈਕਟ ਇਹਦਾ ਵਰਲਡ ਦੇ ਉੱਤੇ ਆ ਸਕਦਾ ਹੈ। ਚੌਥੀ ਚੀਜ਼ ਜਿਹੜੀ ਮੈਨੂੰ ਇਦਾਂ ਲੱਗਦਾ, ਮੈਂ ਜਦੋਂ ਇਹਨੂੰ ਐਨਾਲਾਈਜ਼ ਕਰ ਰਿਹਾ ਸੀ ਇਸ ਚੀਜ਼ ਦਾ ਵਿਸ਼ਲੇਸ਼ਣ ਦੇ ਤੌਰ ਤੇ, ਮੈਨੂੰ ਇਦਾਂ ਲੱਗਾ ਵੀ ਜੇ ਇਹ ਅਰੇਬੀਅਨ ਕੰਟਰੀਜ਼ ਜਿਹੜੀਆਂ ਨੇ, ਹਜੇ ਤੱਕ ਉਹਨਾਂ ਨੇ ਕੋਈ ਆਪਣਾ ਖੁੱਲ ਕੇ ਇਹ ਨਹੀਂ ਦੱਸਿਆ ਵੀ ਉਹ ਕਿਹਦੇ ਵੱਲ ਨੂੰ ਜਾਣਗੀਆਂ, ਪਰ ਜੇ ਇਹ ਕਿਤੇ ਇਜ਼ਰਾਈਲ ਦੇ ਅਗੇਂਸਟ ਚਲੇ ਜਾਂਦੀਆਂ ਨੇ, ਈਰਾਨ ਦੀ ਸਪੋਰਟ ਦੇ ਵਿੱਚ ਆ ਕੇ ਖੜੀਆਂ ਹੋ ਜਾਂਦੀਆਂ, ਖਾਸ ਕਰਕੇ 3 ਮੁਲਕ, UAE ਜਿਹੜਾ ਇੱਕ ਕਲੱਬ ਹੈਗਾ 6 ਮੁਲਕਾਂ ਦਾ, ਇਸੇ ਤਰੀਕੇ ਦੇ ਨਾਲ ਕਤਰ ਔਰ ਸਾਊਦੀ ਅਰੇਬੀਆ, ਜੇ ਇਹ ਮੁਲਕ ਈਰਾਨ ਦੇ ਨਾਲ ਜਾ ਕੇ ਖੜੇ ਹੋ ਜਾਂਦੇ ਹੈ ਤਾਂ ਵਿਸ਼ਵ ਭਰ ਦੇ ਵਿੱਚ ਇਹਦਾ ਇੱਕ ਬਹੁਤ ਘਾਤਕ ਜਿਹੜਾ ਸਿੱਟਾ ਉਹ ਨਿਕਲ ਸਕਦਾ। ਉਹ ਕੀ ਨਿਕਲੇਗਾ? ਕਿਉਂਕਿ ਇਹਨਾਂ ਦੇ ਵਿੱਚੋਂ ਦੀ ਸੋਵਰਨ ਵੈਲਥ ਫੰਡ, ਇਹ ਮੁਲਕਾਂ, ਇਹ ਤੇਲ ਦੇ ਕੇ ਮੁਲਕਾਂ ਨੇ ਪੈਸਾ ਬਹੁਤ ਇਕੱਠਾ ਕੀਤਾ ਹੋਇਆ, ਸੋਵਰਨ ਵੈਲਥ ਫੰਡ ਇਹ ਬੈਂਕਾਂ ਦੇ ਵਿੱਚ ਪਾਉਂਦੇ ਨੇ। ਸਾਡੇ ਸਾਹਮਣੇ ਆਇਆ ਵੀ ਕ੍ਰੈਡਿਟ ਸਵਿਸ ਵਰਗਾ 150 ਸਾਲ ਪੁਰਾਣਾ ਬੈਂਕ ਡਿੱਗ ਗਿਆ ਜਦੋਂ ਸਾਊਦੀ ਅਰੇਬੀਆ ਨੇ ਉਹਦੀ ਮਦਦ ਕਰਨ ਤੋਂ ਮਨਾ ਕਰਤਾ। ਅਲਟੀਮੇਟਲੀ ਉਹ 150 ਸਾਲ ਪੁਰਾਣਾ ਬੈਂਕ ਜਿਹੜਾ ਸੀ ਉਹਨੂੰ UBS ਜਿਹੜਾ ਹੈਗਾ ਸਵਿਟਜ਼ਰਲੈਂਡ ਦਾ, ਉਹਨੂੰ ਟੇਕ ਓਵਰ ਕਰਨਾ ਪਿਆ, ਉਹਦੀ ਹੈਲਪ ਤੇ ਆਣਾ ਪਿਆ। ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਬੈਂਕ ਜਿਹੜੇ ਨੇ, ਸਿਲੀਕਨ ਵੈਲੀ ਬੈਂਕ ਹੈਗਾ, ਸਿਗਨੇਚਰ ਬੈਂਕ ਹੈ, ਫਸਟ ਰਿਪਬਲਿਕ ਹੈਗਾ, ਇਹਨਾਂ ਨੂੰ ਅਸੀਂ ਹੁਣੇ ਹੀ ਦੇਖਿਆ 5-4 ਮਹੀਨੇ ਪਹਿਲਾਂ ਕਿੱਦਾਂ ਝਟਕੇ ਲੱਗ ਰਹੇ ਸੀਗੇ। ਤਾਂ ਇਹ ਬੈਂਕਿੰਗ ਦੇ ਉੱਤੇ ਦਾ ਇੰਪੈਕਟ ਆ ਜਾਏਗਾ ਕਿਉਂਕਿ ਜੇ ਪੂੰਜੀ ਬੈਂਕਾਂ ਨੂੰ ਨਾ ਮਿਲੀ, ਜੋ ਕਿ ਪੂੰਜੀ ਅਰੇਬੀਅਨ ਕੰਟਰੀਜ਼ ਦੇ ਵਿੱਚੋਂ ਜਾਣੀ ਹੈ, ਤਾਂ ਫਿਰ ਬੈਂਕਾਂ ਦੇ ਉੱਤੇ ਖਤਰਾ ਮੰਡਰਾ ਰਿਹਾ। ਤੁਹਾਡਾ ਔਰ ਮੇਰਾ ਪੈਸਾ, ਆਮ ਲੋਕਾਂ ਦਾ ਪੈਸਾ, ਜਿਹੜੇ ਸਾਡੇ ਦੇਖਣ ਵਾਲੇ ਨੇ, ਇਹਨਾਂ ਸਾਰਿਆਂ ਦਾ ਪੈਸਾ ਜਿਹੜਾ ਹੈ ਉਹ ਬੈਂਕਾਂ ਦੇ ਵਿੱਚ ਫਸ ਕੇ ਰਹਿ ਜਾਏਗਾ। ਪ੍ਰੋਬਲਮਸ ਜਿਹੜੀਆਂ ਨੇ ਉਹ ਜ਼ਿਆਦਾ ਵੱਧ ਸਕਦੀਆਂ ਨੇ। ਪ੍ਰੋਬਲਮਸ ਜ਼ਿਆਦਾ ਵੱਧ ਸਕਦੀਆਂ ਨੇ ਕਿਉਂਕਿ ਸੈਕੰਡ ਵਾਰ ਹੋਣ ਜਾ ਰਹੀ ਹੈ ਜੋ ਯੂਕਰੇਨ ਤੇ ਇਜ਼ਰਾਈਲ ਤੋਂ ਅਸੀਂ ਇਹ ਦੇਖਦੇ ਪਏ ਹਾਂ, ਕਿਉਂਕਿ ਯੂਕਰੇਨ ਉਧਰ ਇਨਵੋਲਵ ਹੈ ਰਸ਼ੀਆ ਦੇ ਨਾਲ ਔਰ ਇਜ਼ਰਾਈਲ ਇਸ ਵਕਤ ਹਮਸ ਦੇ ਨਾਲ ਹੈ। ਔਰ ਤੁਸੀਂ ਦੱਸਿਆ ਕਿ ਜੇ ਇਸਲਾਮਿਕ ਕੰਟਰੀਜ਼ ਵੀ ਨਾਲ ਆ ਗਈਆਂ ਔਰ ਈਰਾਨ ਡਾਇਰੈਕਟਲੀ ਇਨਵੋਲਵ ਹੋ ਗਿਆ ਤਾਂ ਇਟ ਵਿਲ ਬੀ disastrous for the entire of the world. So directly involve ਹੋਣ ਦੀ ਜੇ ਆਪਾਂ ਗੱਲ ਕਰਦੇ ਹਾਂ
ਤੁਹਾਨੂੰ ਲੱਗਦਾ ਕਿ ਯੂਐਸ ਇਹਦੇ 'ਚ ਡਾਇਰੈਕਟਲੀ ਇਨਵੋਲਵ ਹੋਏਗਾ, ਕਿਉਂਕਿ ਇਸਲਾਮਿਕ ਕੰਟਰੀਜ਼ ਨੇ ਔਰ ਅਸੀਂ ਦੇਖਦੇ ਹਾਂ ਕਿ ਇਜ਼ਰਾਈਲ ਜਿਊ ਕੰਟਰੀ ਹੈ ਔਰ ਇਜ਼ਰਾਈਲ ਜਿਊ ਕੰਟਰੀ ਹੈ ਔਰ ਇਸਲਾਮਿਕ ਔਰ ਜਿਊਜ਼ ਦਾ ਆਪਸ ਦਾ ਝਗੜਾ ਨਾ ਹੋਣ ਕਰਕੇ ਇਹ ਇੱਕ ਤਰ੍ਹਾਂ ਨਾਲ ਬਿਜ਼ਨਸ ਦਾ ਝਗੜਾ ਵੀ ਲੱਗ ਰਿਹਾ ਹੈ ਉਹਨਾਂ ਕੰਟਰੀਜ਼ ਵਾਸਤੇ ਜੋ ਡਾਇਰੈਕਟਲੀ ਬਿਜ਼ਨਸ ਨਾਲ ਇਨਵੋਲਵ ਨੇ। ਅਮਰੀਕਾ ਇਜ਼ ਅ ਬਿਜ਼ਨਸਮੈਨ, ਸੋ ਡਾਇਰੈਕਟਲੀ ਇਨਵੋਲਵ ਹੋ ਸਕਦਾ ਇਹਦੇ ਵਿੱਚ ਕਿ ਨਹੀਂ ਹੋ ਸਕਦਾ? ਕੀ ਇੰਟਰਸਟ ਨੇ ਅਮਰੀਕਾ ਦੇ ਇਜ਼ਰਾਈਲ ਦੇ ਵਿੱਚ? ਵਾਈ ਸਪੋਰਟਿੰਗ? ਦੇਖੋ, ਐਪਰੈਂਟਲੀ ਇਦਾਂ ਲੱਗਦਾ ਵੀ ਅਮਰੀਕਾ 1973 ਦਾ ਜਿਹੜਾ ਹੈ ਜੋ ਵਰਤਾਰਾ ਉਸ ਵੇਲੇ ਹੋਇਆ ਸੀਗਾ ਉਹਨੂੰ ਯਾਦ ਰੱਖ ਕੇ, ਕਿਉਂਕਿ ਜਦੋਂ ਇਜਿਪਟ ਔਰ ਇਜ਼ਰਾਈਲ ਦੇ ਵਿੱਚ ਲੜਾਈ ਚੱਲੀ ਸੀ ਤੇ ਅਮਰੀਕਾ ਨੇ ਇਜ਼ਰਾਈਲ ਦੇ ਫੇਵਰ ਦੇ ਵਿੱਚ ਗੱਲ ਕੀਤੀ ਸੀ, ਜੈਰੂਸਲਮ ਦੇ ਫੇਵਰ ਦੇ ਵਿੱਚ ਗੱਲ ਕੀਤੀ ਸੀ, ਤਾਂ ਸਾਰੇ ਦੇ ਸਾਰੇ ਜਿਹੜੇ ਅਰੇਬੀਅਨ ਕੰਟਰੀਜ਼ ਨੇ ਇਹਨਾਂ ਨੇ ਐਮਬਾਰਗੋ ਕਰਤੀ ਸੀ, ਆਇਲ ਐਮਬਾਰਗੋ ਲਾਤੀ ਸੀ, ਜਿਹੜਾ ਤੇਲ ਹੈ ਉਹ ਅਮਰੀਕਾ ਨੂੰ ਸਪਲਾਈ ਬੰਦ ਕਰਤੀ ਸੀਗੀ। ਉੱਥੇ ਅਮਰੀਕਾ ਦੇ ਵਿੱਚ ਇੰਨੀ ਜ਼ਿਆਦਾ ਇਨਫਲੇਸ਼ਨ ਵੱਧ ਗਈ 1973 ਦੇ ਵਿੱਚ, ਇੰਨੀ ਜ਼ਿਆਦਾ ਇਨਫਲੇਸ਼ਨ ਵੱਧ ਗਈ ਉਹ 15 ਸਾਲ ਲੱਗ ਗਏ ਉਸ ਇਨਫਲੇਸ਼ਨ ਨੂੰ ਠੱਪ ਕਰਦੇ ਕਰਦੇ। ਸੋ ਏਦਾਂ ਲੱਗਦਾ ਵੀ ਅਮਰੀਕਾ ਸ਼ਾਇਦ ਡਾਇਰੈਕਟਲੀ ਨਾ ਇਹਦੇ 'ਚ ਉਤਰੇ, ਡਾਇਰੈਕਟਲੀ ਕਿਸੇ ਤਰੀਕੇ ਨਾਲ ਇੰਟਰਵੈਂਸ਼ਨ ਨਹੀਂ ਕਰੇਗਾ, ਜਸਟ ਲਾਈਕ ਜਿੱਦਾਂ ਰਸ਼ੀਆ ਵਾਲੇ ਕੇਸ ਦੇ ਵਿੱਚ ਹੈ। ਦੂਸਰੀ ਚੀਜ਼ ਹੈ ਵੀ ਜਿਹੜਾ ਬਾਈਡਨ ਸਾਹਿਬ ਦੀ ਪਾਲਿਸੀ ਹੈ, ਬਾਈਡਨ ਦਾ ਇੱਕ ਜਿਹੜਾ ਸਟੈਂਡ ਰਿਹਾ ਹੈ, ਹਾਲਾਂਕਿ ਮੈਂ ਪੋਲੀਟੀਕਲ ਇਕਨੋਮੀ ਦਾ ਐਕਸਪਰਟ ਨਹੀਂ ਹੈ, ਪਰ ਮੈਨੂੰ ਜਿੰਨਾ ਸਮਝ ਆਇਆ ਵੀ ਮੈਨੂੰ ਇਦਾਂ ਲੱਗਦਾ ਕਿ ਬਾਈਡਨ ਸਾਹਿਬ ਦਾ ਕੋਈ ਇੰਨਾ ਜ਼ਿਆਦਾ ਇਹਦੇ ਈਰਾਨ ਦੇ ਅਗੇਂਸਟ ਸਟੈਂਡ ਨਹੀਂ ਹੈ, ਇੱਕ ਸੌਫਟ ਪੈਡਲਿੰਗ ਕਰ ਰਹੇ ਆ ਉਹ ਈਰਾਨ ਦੇ ਅਗੇਂਸਟ। ਆਪਾਂ ਦੋ ਇਦਾਂ ਦੀਆਂ ਐਗਜ਼ਾਮਪਲ ਸਾਡੇ ਸਾਹਮਣੇ ਆਉਂਦੀਆਂ। ਪਹਿਲੀ ਚੀਜ਼ ਜਿਹੜੀ ਹੈ ਬਈ ਬਾਈਡਨ ਸਾਹਿਬ ਨੇ ਇੱਕ ਤਾਂ ਇਹਨੂੰ ਅਲਾਉ ਕੀਤਾ ਈਰਾਨ ਨੂੰ ਵੀ ਆਪਣੇ ਫਰੈਂਡਸ ਜਿਹੜੇ ਮੁਲਕ ਨੇ ਉਹਨਾਂ ਦੇ ਨਾਲ ਈਰਾਨ ਤੇਲ ਦਾ ਆਦਾਨ ਪ੍ਰਦਾਨ ਕਰ ਲਵੇ, ਪੈਸਾ ਜਿਹੜਾ ਹੈ ਉੱਥੋਂ ਕਮਾ ਲਵੇ, ਐਕਸਪੋਰਟ ਅਲਾਉ ਕੀਤਾ, ਤੇ ਇੱਕ ਸੌਫਟ ਪੈਡਲਿੰਗ ਹੋਈ ਹੈ ਬਾਈਡਨ ਸਾਹਿਬ ਵੱਲੋਂ। ਦੂਸਰੀ ਚੀਜ਼ ਜਿਹੜੀ ਹੈ ਅਕਤੂਬਰ 7 ਨੂੰ ਇੱਕ ਮੀਟਿੰਗ ਹੋਈ ਜਿਹਦੇ ਚ ਇਜ਼ਰਾਈਲ ਤੇ ਸਾਊਦੀ ਅਰੇਬੀਆ ਨੂੰ ਕਲੋਜ਼ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਚ ਇੱਕ ਅਹਿਮ ਭੂਮਿਕਾ ਅਮਰੀਕਾ ਨੇ ਨਿਭਾਈ ਹੈ। ਉਹ ਇੱਕ ਅੱਛਾ ਰਿਲੇਸ਼ਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਕਿਉਂ ਕਰ ਰਹੇ ਨੇ? ਕਿਉਂਕਿ ਉਹਦੇ ਪਿੱਛੇ ਅਮਰੀਕਾ ਦੀ ਵੀ ਇੱਕ ਮਜਬੂਰੀ ਹੈ। ਰਸ਼ੀਆ ਔਰ ਜਿਹੜਾ ਸਾਊਦੀ ਅਰੇਬੀਆ ਹੈ ਇਹਨਾਂ ਨੇ ਤੇਲ ਦੇ ਉੱਤੇ ਕੱਟ ਲਾਤਾ 1.3 ਯਾਨੀ ਕਿ 13 ਲੱਖ ਬੈਰਲ ਪ੍ਰਤੀ ਦਿਨ, ਇੱਕ ਕੱਟ ਲਾਇਆ ਜਿਹੜਾ 31 ਦਸੰਬਰ ਤੱਕ ਚੱਲੇਗਾ। ਇਹਦੇ ਨਾਲ ਕੀ ਹੋਏਗਾ? ਗੈਸੋਲੀਨ ਦੇ ਪ੍ਰਾਈਸਿਸ ਵੱਧ ਰਹੇ ਹੈ, ਇਹਦੇ ਨਾਲ ਪੈਟਰੋਲ ਦੇ ਪ੍ਰਾਈਸਿਸ, ਡੀਜ਼ਲ ਦੇ ਪ੍ਰਾਈਸਿਸ ਵੱਧ ਰਹੇ ਨੇ। ਉਹ ਨਹੀਂ ਚਾਹੁੰਦਾ ਕਿ ਈਰਾਨ ਜਿਹੜਾ ਹੈ, ਜੇ ਹੁਣ ਜਿਹੜੀ ਈਰਾਨ ਚੋਂ ਸਪਲਾਈ ਆ ਰਹੀ ਹੈ, ਜੇ ਈਰਾਨ ਦੇ ਅਗੇਂਸਟ ਡਾਇਰੈਕਟਲੀ ਆ ਕੇ ਅਮਰੀਕਾ ਖੜਾ ਹੋ ਜਾਏਗਾ ਤਾਂ ਈਰਾਨ ਦੀ ਸਪਲਾਈ ਵੀ ਘਟ ਜਾਏਗੀ। ਹੋ ਸਕਦਾ ਸਾਊਦੀ ਅਰੇਬੀਆ ਔਰ ਰਸ਼ੀਆ ਜਿਹੜੇ ਨੇ ਉਹ ਈਰਾਨ ਦੀ ਸਪੋਰਟ ਚ ਆ ਜਾਣ, ਉੱਥੋਂ ਵੀ ਸਪਲਾਈ ਘਟਾ ਦੇਣਗੇ। ਤੀਸਰੀ ਚੀਜ਼ ਇਹਦੇ ਵਿੱਚ ਹੈ ਜਿਹੜੀ ਸਟ੍ਰੇਟਸ ਆਫ ਹਾਰਮੂਜ਼ ਹੈ, ਜਿੱਥੋਂ ਵਰਲਡ ਦਾ ਜਿਹੜਾ ਤੇਲ ਹੈ ਹੋ ਕੇ ਗੁਜ਼ਰਦਾ, ਖਾੜੀ ਦੇ ਵਿੱਚੋਂ ਦੀ ਜਿਹੜੇ ਕੰਟੇਨਰ ਨੇ ਉਹ ਹੋ ਕੇ ਨਿਕਲਦੇ ਨੇ। ਜੇ ਈਰਾਨ ਨੇ ਉਹਦੇ ਉੱਤੇ ਕਬਜ਼ਾ ਕਰ ਲਿਆ ਜਿਸ ਤਰੀਕੇ ਦੇ ਨਾਲ ਰਸ਼ੀਆ ਨੇ ਬਲੈਕ ਸੀ ਦੇ ਉੱਤੇ ਕੀਤਾ ਹੋਇਆ, ਤਾਂ ਫਿਰ ਤੇਲ ਦੇ ਰੇਟ ਬਹੁਤ ਜ਼ਿਆਦਾ ਵੱਧ ਜਾਣਗੇ। ਗੈਸੋਲੀਨ ਦੇ ਰੇਟ ਯੂਰਪ ਔਰ ਅਮਰੀਕਾ ਦੇ ਵਿੱਚ ਰਿਕਾਰਡ ਤੋੜ ਉੱਪਰ ਚਲੇ ਜਾਣਗੇ, ਵਿਚ ਅਮਰੀਕਾ ਕੈਨ ਨਾਟ ਅਫੋਰਡ ਐਟ ਦਿਸ ਸਟੇਜ, ਕਿਉਂਕਿ ਬਾਈਡਨ ਸਾਹਿਬ ਨੇ ਵੀ ਅਗਲੇ ਸਾਲ ਇਲੈਕਸ਼ਨਸ ਦੇ ਵਿੱਚ ਜਾਣਾ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਸ਼ਾਇਦ ਅਮਰੀਕਾ ਡਾਇਰੈਕਟਲੀ ਇਹਦੇ ਵਿੱਚ ਨਹੀਂ ਉਤਰੇਗਾ। ਜੈਨੇਟ ਯੈਲਨ ਦੀ ਸਟੇਟਮੈਂਟ ਆਈ ਹੈ 2-3 ਦਿਨ ਪਹਿਲਾਂ, ਉਹ ਵੀ ਇੱਕ ਸੌਫਟ ਸਟੇਟਮੈਂਟ ਹੈ। ਉਹਨੇ ਇਹ ਨਹੀਂ ਕਿਹਾ, 5 ਜਿਹੜੇ ਇਹਨਾਂ ਦੇ ਬੰਦੀ ਹੈਗੇ ਨੇ, 5 ਬੰਦੀ ਬਣਾਏ ਨੇ ਅਮਰੀਕਾ ਤੇ ਈਰਾਨ ਨੇ, ਉਹ ਈਰਾਨ ਜਿਹੜਾ ਹੈ ਉਹਨਾਂ ਬੰਦੀਆਂ ਨੂੰ ਛੱਡਣ ਦੇ ਲਈ ਤਿਆਰ ਹੋ ਚੁੱਕਾ ਹੈ। ਇਸ ਦੇ ਅਗੇਂਸਟ ਕਿਉਂਕਿ ਇਹ ਨੈਗੋਸੀਏਸ਼ਨ ਹੋਈ ਹੈ ਤਾਂ ਈਰਾਨ ਨੇ ਕਿਹਾ ਕਿ ਮੇਰਾ $6 ਬਿਲੀਅਨ ਦਾ ਜਿਹੜਾ ਰਿਜ਼ਰਵ ਹੈ ਅਮਰੀਕਾ ਉਹਨੂੰ ਸੈਂਕਸ਼ਨ ਤੋਂ ਬਾਹਰ ਕੱਢੇ। ਅਮਰੀਕਾ ਔਰ ਈਰਾਨ ਜਿਹੜੇ ਨੇ ਉਹ ਆਲਰੇਡੀ ਇੱਕ ਐਗਰੀਮੈਂਟਸ ਦੇ ਉੱਤੇ ਚੱਲ ਰਹੇ ਨੇ, ਐਗਰੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਇਦਾਂ ਲੱਗਦਾ ਨਹੀਂ ਕਿ ਸ਼ਾਇਦ ਅਮਰੀਕਾ ਜਿਹੜਾ ਐਡਾ ਵੱਡਾ ਰਿਸਕ ਲਏਗਾ ਇਲੈਕਸ਼ਨਸ ਦੇ ਸਾਹਮਣੇ ਤੇ ਡਾਇਰੈਕਟਲੀ ਆ ਕੇ ਖੜਾ ਹੋ ਜਾਏਗਾ ਦੂਸਰੀ ਵਾਰ ਦੇ ਵਿੱਚ। ਇੱਕ ਚੀਜ਼ ਹੈ, ਮੈਂ ਹਮੇਸ਼ਾ ਇਹ ਚੀਜ਼ ਦੇਖਦਾ ਹਾਂ ਕਿ ਜੋ ਇਕਨੋਮਿਕ ਸਟਰਕਚਰ ਹੈ ਪੂਰੀ ਦੁਨੀਆ ਦੇ ਵਿੱਚ, ਕਹਿਣ ਨੂੰ ਤਾਂ ਅਸੀਂ ਕਹਿੰਦੇ ਹਾਂ ਕਿ ਵਨ ਫੈਮਿਲੀ ਵਨ ਸਟਰਕਚਰ, ਇਕੱਠੇ ਮਿਲ ਕੇ ਵਿਕਾਸ ਕਰਦੇ ਆ, ਪਰ ਇਹ ਇਕਨੋਮਿਕ ਸਟਰਕਚਰ ਮੈਨੂੰ ਕਈ ਵਾਰ ਇਹ ਲੱਗਦਾ ਕਿ ਇੱਕ ਦੂਜੇ ਨੂੰ ਤਬਾਹ ਕਰਕੇ ਔਰ ਆਪਣਾ ਸਿੱਕਾ ਚਲਾਉਣ ਦੀ ਕੋਸ਼ਿਸ਼ ਹੁੰਦੀ ਹੈ, ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਕਰ ਲਈਏ। ਐਕਸਪਰਟਸ ਕੁਝ ਕਹਿ ਰਹੇ ਨੇ, ਹਾਲਾਂਕਿ ਤੁਸੀਂ ਮੈਨੂੰ ਕਿਹਾ ਕਿ ਤੁਹਾਡਾ ਇਕਨੋਮਿਕ ਵਰਡ ਹੈ, ਪੋਲੀਟੀਕਲ ਇਕੋਨਮੀ ਦੇ ਨਾਲ ਤੁਹਾਡਾ ਇੰਨਾ ਵਾਹ ਵਾਸਤਾ ਨਹੀਂ ਹੁੰਦਾ, ਪਰ ਫਿਰ ਵੀ ਇੱਕ ਪੁਆਇੰਟ ਮੈਂ ਲੈਣਾ
ਜੇ ਤੁਸੀਂ ਇਹਨੂੰ ਆਨਸਰ ਕਰ ਸਕੋ ਪੋਲੀਟੀਕਲ ਐਂਗਲ, ਤੁਹਾਨੂੰ ਲੱਗਦਾ ਕਿ ਜੇ ਈਰਾਨ ਔਰ ਅਮਰੀਕਾ ਦਾ ਕੋਈ ਹਿਡਨ ਏਜੰਡਾ ਹੈ, ਕੋਈ ਹਿਡਨ ਇਹਨਾਂ ਦੀ ਡੀਲ ਹੋਈ ਹੈ, ਐਕਸਪਰਟਸ ਕਈ ਵਾਰ ਇਹ ਗੱਲ ਕਰਦੇ ਨੇ ਕਿ ਦੇयर ਇਜ਼ ਅ ਹਿਡਨ ਏਜੰਡਾ, ਈਰਾਨ ਔਰ ਅਮਰੀਕਾ ਵਿੱਚੋਂ ਇੱਕੋ ਹੀ ਨੇ, ਕੋਈ ਡੀਲ ਹੈ ਇਹਨਾਂ ਦੀ, ਇਹ ਉੱਪਰੋਂ ਜ਼ਰੂਰ ਅਮਰੀਕਾ ਇਜ਼ਰਾਈਲ ਨੂੰ ਸਪੋਰਟ ਕਰ ਰਿਹਾ ਹੈ। ਜੇ ਆਪਾਂ ਇਹਨੂੰ ਇਸ ਪਰਸਪੈਕਟਿਵ ਨਾਲ ਦੇਖੀਏ ਤਾਂ ਈਰਾਨ ਔਰ ਅਮਰੀਕਾ ਨੇ ਜੋ ਹਿਡਨ ਏਜੰਡਾ, ਹਿਡਨ ਡੀਲ ਰੱਖੀ ਹੋਈ ਹੈ, ਉਹਦਾ ਕੀ ਫਾਇਦਾ ਅਮਰੀਕਾ ਨੂੰ ਹੋ ਸਕਦਾ ਹੈ? ਦੇਖੋ ਜੀ, ਮੈਨੂੰ ਇਦਾਂ ਲੱਗਦਾ ਵੀ ਹਿਡਨ ਕੋਈ ਡੀਲ ਹੋਈ ਹੋਵੇ ਤਾਂ ਮੈਂ ਉਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਮੈਂ ਆਪਣੇ ਜਿਹੜਾ ਪਿਛਲੀ ਜਿਹੜੀ ਸਟੇਟਮੈਂਟਸ ਨੇ ਉਹਨਾਂ ਦੇ ਉੱਤੇ ਹੀ ਇਸ ਚੀਜ਼ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਵੀ ਅਮਰੀਕਾ ਨੁਕਸਾਨ ਨਹੀਂ ਕਰਨਾ ਚਾਹੇਗਾ ਆਪਣਾ ਇਸ ਚੀਜ਼ ਦੇ ਵਿੱਚ, ਜਦੋਂ ਉੱਥੇ ਇਲੈਕਸ਼ਨਸ ਆ ਰਹੀਆਂ। ਜੇ ਈਰਾਨ ਦੇ ਅਗੇਂਸਟ ਉਹ ਆ ਕੇ ਖੜਾ ਹੋ ਜਾਂਦਾ, ਉਹਦੇ ਨਾਲ ਕੀ ਹੈ, ਮਹਿੰਗਾਈ ਬਹੁਤ ਜ਼ਿਆਦਾ ਭੜਕ ਜਾਏਗੀ। ਜਿੱਦਾਂ ਆਪਾਂ ਗੱਲ ਕੀਤੀ ਹੈ, ਮਹਿੰਗਾਈ ਭੜਕੇਗੀ ਤਾਂ ਅਮਰੀਕਾ ਸਰਕਾਰ ਜਿਹੜੀ ਹੈ ਉਹਨੂੰ ਕਰਜ਼ੇ ਲੈਣ ਦੇ ਵਿੱਚ ਸਮੱਸਿਆ ਆਏਗੀ। ਜੇ ਉਹਦੇ ਉੱਤੇ ਕਰਜ਼ੇ ਲੈਣ ਦੀ ਸਮੱਸਿਆ ਆਏਗੀ, ਉੱਥੇ ਦੀ ਪਾਰਲੀਮੈਂਟ ਜਿਹੜੀ ਹੈ ਇੱਕ ਇਹਨਾਂ ਨੂੰ ਗੈਰ ਜ਼ਿੰਮੇਵਾਰ ਸਰਕਾਰ ਦੇ ਤੌਰ ਤੇ ਲੇਬਲਿੰਗ ਕਰੇਗੀ ਕਿ ਬਾਈਡਨ ਸਰਕਾਰ ਇੱਕ ਇਰਰਿਸਪੌਂਸਿਬਲ ਔਰ ਗੈਰ ਜ਼ਿੰਮੇਵਾਰ ਸਰਕਾਰ ਰਹੀ ਹੈ, ਜਿਹਨੇ ਅਨਨੈਸੈਸਰੀ ਯੁੱਧ ਦੇ ਵਿੱਚ, 2 ਯੁੱਧਾਂ ਦੇ ਵਿੱਚ ਸ਼ਿਰਕਤ ਕਰਕੇ ਆਪਣੇ ਮੁਲਕ ਨੂੰ ਢਾ ਲਿਆ। ਸੋ ਇੱਕ ਚੀਜ਼ ਤਾਂ ਇਹ। ਦੂਜਾ, ਜਿਹੜਾ ਯੂਐਸ ਫੈਡ ਹੈ, ਜਿਹੜਾ ਇੰਨੀ ਮੁਸ਼ਕਿਲ ਦੇ ਨਾਲ ਮਹਿੰਗਾਈ ਨੂੰ ਕਾਬੂ ਕਰ ਰਿਹਾ ਹੈਗਾ, ਤਾਂ ਉਹ ਦੁਬਾਰਾ ਮਹਿੰਗਾਈ ਭੜਕ ਜਾਏਗੀ ਤਾਂ ਫਿਰ ਉਹ ਯੂਐਸ ਫੈਡ ਦੇ ਲਈ ਵੀ ਸਮੱਸਿਆ ਆ ਜਾਏਗੀ, ਸਰਕਾਰ ਦੇ ਲਈ ਵੀ ਸਮੱਸਿਆ ਆ ਜਾਏਗੀ। ਮੈਨੂੰ ਲੱਗਦਾ ਨਹੀਂ ਕਿ ਯੂਐਸ ਔਰ ਈਰਾਨ ਜਿਹੜੇ ਨੇ ਕਿਸੇ ਡਾਇਰੈਕਟ ਕਨਫਰੰਟੇਸ਼ਨ ਦੇ ਵਿੱਚ ਆ ਜਾਣਗੇ। ਹਾਂ, ਜੇ ਕੋਈ ਇਹਨਾਂ ਦੇ ਵਿੱਚ ਹਿਡਨ ਕੋਈ ਗੱਲ ਹੋਈ ਹੈ ਤਾਂ ਉਹ ਦੋਨਾਂ ਦੇ ਫਾਇਦੇ ਦੇ ਵਿੱਚ ਹੀ ਜਾਏਗੀ। ਜੀ ਰਾਜੀਵ ਜੀ, ਕਿਉਂਕਿ ਹਮੇਸ਼ਾ ਪੋਲਿਟਿਕਸ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਜੇ ਤੁਸੀਂ ਕਿਸੇ ਉੱਤੇ ਟਰਸਟ ਕਰਦੇ ਹੋ, ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਸੁਇਸਾਈਡ ਕਰਨ ਲੱਗੇ ਹੋ, ਤੁਸੀਂ ਆਤਮ ਹੱਤਿਆ ਕਰਨ ਲੱਗੇ ਹੋ। ਇਸ ਕਰਕੇ ਕਿਸੇ ਦੇ ਉੱਤੇ ਟਰਸਟ ਨਹੀਂ, ਕਿਸੇ ਦੇ ਉੱਤੇ ਵਿਸ਼ਵਾਸ ਨਹੀਂ। ਇਹ ਇੱਕ ਬੈਲੈਂਸ ਆਫ ਪਾਵਰ ਦੀ ਗੇਮਸ ਹੁੰਦੀ ਹੈ ਕਿ ਕਿੱਦਾਂ ਤਾਕਤ ਦਾ ਸੰਤੁਲਨ ਬਣਾ ਕੇ ਰੱਖਣਾ ਹੈ। ਔਰ ਹਰ ਕੰਟਰੀ ਆਪਣੇ ਸੈਲਫ ਇੰਟਰਸਟ ਨੂੰ ਦੇਖਦਾ ਹੈ, ਆਪਣੇ ਵਾਸਤੇ ਵਿਨ ਵਿਨ ਸਿਚੁਏਸ਼ਨ ਦੇਖਦਾ ਹੈ। ਤਾਂ ਇੰਡੀਆ ਆਪਣੀ ਵਿਨ ਵਿਨ ਸਿਚੁਏਸ਼ਨ ਕਿਸ ਤਰ੍ਹਾਂ ਦੇਖੇ? ਕਿਉਂਕਿ ਇੰਡੀਆ ਵੱਲੋਂ ਸਟੇਟਮੈਂਟ ਜਾਰੀ ਹੋਈ ਸੀ ਕਿ ਅਸੀਂ ਇਜ਼ਰਾਈਲ ਦੇ ਨਾਲ ਖੜੇ ਹਾਂ। ਨਾਓ ਸਿਨੈਰੀਓ ਕੀ ਹੈ? ਇੰਡੀਆ ਕਿੱਥੇ ਖੜਾ ਹੈ ਇਸ ਯੁੱਧ ਦੇ ਵਿੱਚ, ਔਰ ਇਸ ਯੁੱਧ ਦਾ ਇੰਡੀਆ ਦੇ ਉੱਤੇ ਕੀ ਇੰਪੈਕਟ ਹੋਣ ਵਾਲਾ ਹੈ? ਕਿਉਂਕਿ ਇੰਡੀਆ ਦੇ ਵਿੱਚ ਵੀ 2024 ਦੇ ਵਿੱਚ ਇਲੈਕਸ਼ਨਸ ਡਿਊ ਨੇ। ਰਾਜੀਵ, ਇੰਡੀਆ ਦੇ ਲਈ ਮੈਨੂੰ ਲੱਗਦਾ, ਜਿੱਦਾਂ ਤੁਸੀਂ ਵਿਨ ਵਿਨ ਸਿਚੁਏਸ਼ਨ ਦੀ ਗੱਲ ਕੀਤੀ ਹੈ, ਇਹ ਯੁੱਧ ਜੇ ਜ਼ਿਆਦਾ ਲੰਬਾ ਖਿੱਚ ਜਾਂਦਾ, ਇੰਡੀਆ ਦੇ ਲਈ ਲੂਜ਼ ਸਿਚੁਏਸ਼ਨ ਹੋਏਗੀ। ਹਿੰਦੁਸਤਾਨ ਦੇ ਕਿਸੇ ਵੀ ਪੱਖ ਤੇ ਹਿੰਦੁਸਤਾਨ ਦੇ ਲਈ ਇਹ ਯੁੱਧ ਜਿਹੜਾ ਹੈ ਉਹ ਕੈਟਾਸਟ੍ਰੋਫਿਕ ਹੋਏਗਾ, ਡਿਜ਼ਾਸਟਰਸ ਹੋਏਗਾ। ਆਪਾਂ ਇਹ 5-6 ਪੁਆਇੰਟਸ ਦੇ ਨਾਲ ਮੈਂ ਆਪਣੀ ਗੱਲ ਜਿਹੜੀ ਹੈ ਉਹ ਜਸਟੀਫਾਈ ਕਰਨਾ ਚਾਹੁੰਦਾ। ਮੈਂ ਹਾਲਾਂਕਿ ਮੈਨੂੰ ਪਤਾ ਵੀ ਟਾਈਮ ਦੀ ਇੱਕ ਸਮੱਸਿਆ, ਮੈਂ ਆਪਣੀ ਗੱਲ ਜਿਹੜੀ ਬਹੁਤ ਛੋਟੀ ਕਰਕੇ ਰੱਖਣ ਦੀ ਕੋਸ਼ਿਸ਼ ਕਰੂੰਗਾ। ਪਹਿਲੀ ਚੀਜ਼ ਜਿਹੜੀ ਹੈ ਤੇਲ, ਕਿਉਂਕਿ ਸ਼ਿਪਿੰਗ ਇੰਸ਼ੋਰੈਂਸ ਜਿਹੜੀ ਹੈ, ਸ਼ਿਪਿੰਗ ਪ੍ਰੀਮੀਅਮ ਜਿਹੜਾ ਹੈ, ਉਹ ਉਹਨਾਂ ਨੇ ਸ਼ਿਪ ਜਿਹੜੇ ਕੰਟੇਨਰਸ ਨੇ, ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਤੇਲ ਆਉਂਦਾ ਹੈ ਉਹ ਪਾਈਪਾਂ ਦੇ ਥਰੂ ਨਹੀਂ ਆਉਂਦਾ, ਇਹ ਆਉਂਦਾ ਕੰਟੇਨਰਸ ਦੇ ਥਰੂ, ਸ਼ਿਪ ਦੇ ਥਰੂ। ਜਿਹੜੇ ਸ਼ਿਪਿੰਗ ਹੈਗੀ ਆ ਉਹਨਾਂ ਦੇ ਚਾਰजेस ਵੱਧ ਗਏ ਨੇ। ਜਿਹੜੇ ਸ਼ਿਪ ਨੇ ਲੈ ਕੇ ਆਉਣਾ, ਜਿਹੜੇ ਸਮੁੰਦਰੀ ਜਹਾਜ਼ ਨੇ ਤੇਲ ਲੈ ਕੇ ਆਉਣਾ, ਉਹਦੀ ਇੰਸ਼ੋਰੈਂਸ ਦੀ, ਬੀਮੇ ਦੀ ਕਿਸ਼ਤਾਂ ਜਿਹੜੀਆਂ ਨੇ ਉਹ ਵੱਧ ਗਈਆਂ ਨੇ, ਜਿਹਨੂੰ ਉਹਨਾਂ ਨੇ ਤੇਲ ਦੇ ਵਿੱਚੋਂ ਹੀ ਲੈਣਾ। ਹਿੰਦੁਸਤਾਨ ਨੂੰ ਤੇਲ ਮਹਿੰਗਾ ਮਿਲ ਰਿਹਾ ਔਰ ਹੋਰ ਮਹਿੰਗਾ ਹੋਣ ਦੀ ਸੰਭਾਵਨਾ ਹੈ। ਦੂਸਰੀ ਚੀਜ਼ ਜਿਹੜੀ ਹੈ, ਆਮ ਲੋਕਾਂ ਦੇ ਉੱਤੇ ਜਿਹੜਾ ਇਹਦਾ ਇੰਪੈਕਟ ਆਏਗਾ ਵੀ ਅਸੀਂ ਇਲੈਕਸ਼ਨਸ 5 ਸਟੇਟਸ ਦੀਆਂ ਸਾਹਮਣੇ ਨੇ। ਜਦੋਂ ਤੇਲ ਸਸਤਾ ਵੀ ਹੋਇਆ ਸੀ, $60 ਪ੍ਰਤੀ ਬੈਰਲ, $70 ਪ੍ਰਤੀ ਬੈਰਲ ਵੀ ਪਹੁੰਚਿਆ ਸੀ, ਤਾਂ ਸਾਨੂੰ ਸਰਕਾਰ ਨੇ ਉਹਦਾ ਫਾਇਦਾ ਆਮ ਲੋਕਾਂ ਨੂੰ ਨਹੀਂ ਸੀ ਦਿੱਤਾ। ਹੁਣ ਤਾਂ ਬਿਲਕੁਲ ਹੀ ਨਹੀਂ ਅਸੀਂ ਸੋਚ ਸਕਦੇ ਵੀ ਸਾਨੂੰ ਕਿਸੇ ਤਰੀਕੇ ਦਾ ਫਾਇਦਾ ਮਿਲ ਜਾਏਗਾ। ਇਲੈਕਸ਼ਨਸ ਦੇ ਸਾਹਮਣੇ ਲੱਗ ਰਿਹਾ ਸੀਗਾ ਕਿ ਸ਼ਾਇਦ ਸਰਕਾਰ ਸਾਨੂੰ ਕੋਈ ਨਾ ਕੋਈ ਗਿਫਟ ਦੇ ਦੇਗੀ, ਲੇਕਿਨ ਉਹ ਹੁਣ ਲੱਗਦਾ ਨਹੀਂ, ਵੀ ਮੁਸ਼ਕਿਲ ਹੋ ਗਿਆ। ਜਿੱਦਾਂ ਪਿਛਲੇ ਦਿਨਾਂ ਦੇ ਵਿੱਚ 200 ਰੁਪਏ ਦੇ ਨਾਲ ਗੈਸ ਦੇ ਸਿਲੰਡਰ ਜਿਹੜੇ ਨੇ, ਘਰੇਲੂ ਗੈਸ ਦੇ, ਉਹ ਘਟਾਏ ਸੀ। ਹੁਣ ਮੁਸ਼ਕਿਲ ਲੱਗ ਰਿਹਾ ਵੀ ਹੁਣ ਲੋਕਾਂ ਨੂੰ ਕੋਈ ਰਿਆਇਤ ਨਹੀਂ ਮਿਲੇਗੀ। ਤੀਸਰੀ ਚੀਜ਼ ਜਿਹੜੀ ਹੈ ਵੀ ਵਿਆਜ ਜਿਹੜੇ ਨੇ ਹਜੇ ਵੀ ਉੱਤੇ ਰਹਿਣਗੇ। ਰਿਜ਼ਰਵ ਬੈਂਕ ਜਿਹੜਾ ਨਹੀਂ ਸੋਚ ਸਕਦਾ, ਲੋਕਾਂ ਨੂੰ ਮਹਿੰਗੇ ਕਰਜ਼ੇ ਹੀ ਮਿਲਣਗੇ। ਜਿਹੜੇ ਲੋਕ ਕਿਸ਼ਤਾਂ ਦਿੰਦੇ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲ ਸਕਦੀ। ਜਦੋਂ ਕਰਜ਼ੇ ਮਹਿੰਗੇ ਹੋਣਗੇ ਤਾਂ ਜਿਹੜੀ ਸਰਕਾਰਾਂ ਨੇ, ਸਰਕਾਰਾਂ ਦੇ ਲਈ ਵੀ ਕਰਜ਼ਾ ਮਹਿੰਗਾ ਹੁੰਦਾ। ਆਮ ਜਿਹੜੇ ਪ੍ਰਾਈਵੇਟ ਨਿਵੇਸ਼ਕ ਨੇ ਉਹਨਾਂ ਦੇ ਲਈ, ਕਾਰਪੋਰੇਟ ਸੈਕਟਰ ਵੀ ਨਵੀਂ ਨਿਵੇਸ਼ ਨਹੀਂ ਕਰ ਸਕਣਗੇ। ਜਦੋਂ ਨਵੇਂ ਨਿਵੇਸ਼ ਨਹੀਂ ਹੋਣਗੇ, ਲੋਕਾਂ ਨੂੰ ਨੌਕਰੀਆਂ ਨਹੀਂ ਮੁਹੱਈਆ ਹੋ ਸਕਣਗੀਆਂ। ਇੱਕ ਪਾਸੇ ਜੌਬਲੈਸਨੈਸ ਹੋਏਗੀ, ਲੋਕਾਂ ਦੇ ਕੋਲ ਬੇਰੁਜ਼ਗਾਰੀ ਹੋਏਗੀ, ਦੂਜੇ ਪਾਸੇ ਇਨਫਲੇਸ਼ਨ ਦੀ ਮਾਰ ਹੋਏਗੀ। ਸੋ ਹਿੰਦੁਸਤਾਨ ਦੇ ਲਈ ਡਬਲ ਵਹਿਮੀ ਹੋ ਜਾਏਗੀ, ਜੌਬਲੈਸਨੈਸ
ਇੱਕ ਪਾਸੇ ਬੇਰੁਜ਼ਗਾਰੀ, ਦੂਜੇ ਪਾਸੇ ਮਹਿੰਗਾਈ, ਜਿਹੜਾ ਕੇ ਸ਼ੇਪ ਸਟਰਕਚਰ ਸਾਡੇ ਸਾਹਮਣੇ ਨਿਕਲਿਆ, ਅਮੀਰ ਹੋਰ ਅਮੀਰ ਹੋਈ ਜਾ ਰਿਹਾ, ਗਰੀਬ ਹੋਰ ਗਰੀਬ ਹੋਈ ਜਾ ਰਿਹਾ, ਰੂਰਲ ਏਰੀਆਜ਼ ਜਿਹੜੇ ਨੇ ਉਹ ਡਿਸਟ੍ਰੈਸਡ ਨੇ, ਪਿੰਡੂ ਖੇਤਰ ਦੇ ਵਿੱਚ ਪ੍ਰੋਬਲਮਸ ਆਈਆਂ ਹੋਈਆਂ, ਮਨਰੇਗਾ ਦੇ ਉੱਤੇ ਜ਼ੋਰ ਹੈਗਾ। ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਣਗੀਆਂ। ਰੁਪਈਆ ਜਿਹੜਾ ਹਿੰਦੁਸਤਾਨ ਦਾ ਹੋਰ ਥੱਲੇ ਜਾਏਗਾ, ਕਿਉਂਕਿ ਹਿੰਦੁਸਤਾਨ ਦੇ ਵਿੱਚੋਂ ਪੈਸਾ ਜਿਹੜਾ ਹੈ ਬਾਹਰ ਜਾਏਗਾ। ਜਦੋਂ ਅਮਰੀਕਾ ਦਾ ਡਾਲਰ ਆਪਣਾ ਅਮਰੀਕਾ ਰੇਟ ਆਫ ਇੰਟਰਸਟ 'ਚ ਵਧਾ ਦਿੰਦਾ ਤਾਂ ਹਿੰਦੁਸਤਾਨ ਦੇ ਵਿੱਚੋਂ ਦੀ ਪੈਸਾ ਜਿਹੜਾ ਹੈ ਨਿਕਲ ਕੇ ਅਮਰੀਕਾ ਦੇ ਵਿੱਚ ਜਾਏਗਾ, ਕਿਉਂਕਿ ਉੱਥੇ ਜੇ ਵਿਆਜ ਚੰਗਾ ਮਿਲਦਾ, ਹਿੰਦੁਸਤਾਨ ਦੀ ਸ਼ੇਅਰ ਮਾਰਕੀਟ ਥੱਲੇ ਜਾ ਰਹੀ ਹੋਏਗੀ ਨਿਵੇਸ਼ ਨਾ ਹੋਣ ਕਾਰਨ, ਤਾਂ ਪੈਸਾ ਹਿੰਦੁਸਤਾਨ ਚੋਂ ਬਾਹਰ ਜਾਏਗਾ, ਜਿਹਦੇ ਨਾਲ ਰੁਪਈਆ ਜਿਹੜਾ ਹੈ ਹੁਣ ਜਿਹੜਾ 83.5 ਦੇ 83.25 ਦੇ ਨੇੜੇ ਚੱਲ ਰਿਹਾ, ਇਹ 84 ਰੁਪਏ ਤੱਕ ਵੀ ਜਾ ਸਕਦਾ ਪ੍ਰਤੀ ਡਾਲਰ ਦੇ ਹਿਸਾਬ ਨਾਲ। ਲਾਸਟ ਜਿਹੜੇ ਪੁਆਇੰਟਸ ਹੈਗੇ ਨੇ, ਮੈਨੂੰ ਏਦਾਂ ਲੱਗਦਾ ਵੀ ਜਿਹੜਾ G20 ਦੇ ਵਿੱਚ ਹਿੰਦੁਸਤਾਨ ਨੇ ਇੱਕ ਉਹਨੂੰ ਹਾਲਮਾਰਕ ਦੇ ਤੌਰ ਤੇ ਉਚਾਰਿਆ ਸੀਗਾ ਕਿ ਇੰਡੀਆ ਮਿਡਲ ਈਸਟ ਇਕਨੋਮਿਕ ਕੋਰੀਡੋਰ ਜਿਹੜਾ ਬਣੇਗਾ, IMEC, ਜਿਹੜਾ ਕਿ ਜਾਰਡਨ ਔਰ ਇਜ਼ਰਾਈਲ ਦੇ ਵਿੱਚੋਂ ਦੀ ਨਿਕਲ ਕੇ ਟ੍ਰੇਡ ਜਿਹੜਾ ਹੈ ਇੰਗਲੈਂਡ ਤੱਕ ਜਾਣਾ ਸੀ ਜਾਂ ਯੂਰਪ ਤੱਕ ਜਾਣਾ ਸੀਗਾ, ਅਮਰੀਕਾ ਤੱਕ ਅੱਗੇ ਪਹੁੰਚਣਾ ਸੀ, ਉਹ ਵੀ ਕਿਤੇ ਨਾ ਕਿਤੇ ਹੁਣ ਥ੍ਰੈਟਨਿੰਗ ਹੋ ਜਾਏਗੀ ਉਹਨੂੰ, ਉਹ ਅਸੀਂ ਨਹੀਂ ਅਚੀਵ ਕਰ ਸਕਾਂਗੇ। ਔਰ ਲਾਸਟ ਪੁਆਇੰਟ ਜਿਹੜਾ ਹੈ, ਹਿੰਦੁਸਤਾਨ ਤੋਂ ਜਿਹੜਾ ਵੀ ਐਕਸਪੋਰਟ ਹੁੰਦਾ, ਫਾਰਮਾਸਿਊਟੀਕਲ ਦਾ ਐਕਸਪੋਰਟ ਜਿਹੜਾ ਸਮੁੰਦਰੀ ਜਹਾਜ਼ਾਂ ਦੇ ਥਰੂ ਹਾਰਮੋਜ਼ ਦੀ ਸਟ੍ਰੇਟਸ ਦੇ ਵਿੱਚੋਂ ਦੀ ਜਾਂਦਾ ਹੈ, ਉਹ ਵੀ ਕਿਤੇ ਨਾ ਕਿਤੇ ਡਿਸਰਪਟ ਹੋ ਜਾਏਗਾ। ਹਿੰਦੁਸਤਾਨ ਜਿਹੜਾ ਹੈ ਆਲਰੇਡੀ ਐਕਸਪੋਰਟ ਸਾਡਾ ਘੱਟ ਹੈ, ਇੰਪੋਰਟ ਸਾਡਾ ਵੱਧ ਰਿਹਾ, ਤਾਂ ਸਾਨੂੰ ਹਰ ਪਾਸਿਓਂ ਰੁਪਈਏ ਦੇ ਉੱਤੇ ਮਾਰ ਪੈਂਦੀ, ਟ੍ਰੇਡ ਇੰਬੈਲੈਂਸ ਹੁੰਦਾ, ਲੋਕਾਂ ਦੀਆਂ ਨੌਕਰੀਆਂ ਜਾਂਦੀਆਂ, ਜ਼ਿਆਦਾ ਮਹਿੰਗਾਈ, ਇਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ। ਹਮੇਸ਼ਾ ਮੈਂ ਇੱਕ ਗੱਲ ਕਹਿੰਦਾ ਹਾਂ ਆਪਣੇ ਪਲੇਟਫਾਰਮ ਤੋਂ ਕਿ ਇਕਨੋਮੀ ਨੂੰ ਦੋ ਜਣੇ ਹੈਂਡਲ ਕਰਦੇ ਨੇ, ਇੱਕ ਤਾਂ ਹੁੰਦੇ ਨੇ ਇਨਵੇਡਰਸ, ਇੱਕ ਹੁੰਦੇ ਨੇ ਟ੍ਰੇਡਰਸ। ਇਹ ਦੋਵਾਂ ਦਾ ਕੰਬੀਨੇਸ਼ਨ ਹੀ ਵਰਲਡ ਇਕਨੋਮੀ ਨੂੰ ਲੈ ਕੇ ਚੱਲਦਾ ਰਿਹਾ ਸ਼ੁਰੂ ਤੋਂ, ਔਰ ਅੱਜ ਵੀ ਲੈ ਕੇ ਚੱਲ ਰਿਹਾ ਹੈ। ਜੇ ਇਨਵੇਡਰਸ ਐਂਡ ਟ੍ਰੇਡਰਸ ਬਿਲਕੁਲ ਸਹੀ ਸੋਚਦੇ ਹੋਣ ਤਾਂ ਦੁਨੀਆ ਤਰੱਕੀ ਕਰ ਸਕਦੀ ਹੈ, ਔਰ ਸਭ ਇਨਸਾਨ ਤਰੱਕੀ ਕਰ ਸਕਦੇ ਨੇ, ਸਾਰੇ ਦੇਸ਼ ਵਿਕਾਸ ਕਰ ਸਕਦੇ ਨੇ। ਪਰ ਜੇ ਇਨਵੇਡਰਸ ਐਂਡ ਟ੍ਰੇਡਰਸ ਸੈਲਫਿਸ਼ ਹੋ ਜਾਣ, ਆਪਣਾ ਮਕਸਦ ਆਪਣਾ ਪ੍ਰੋਫਿਟ ਦੇਖਣ ਔਰ ਕਿਸੇ ਬਾਰੇ ਨਾ ਸੋਚਣ, ਤਾਂ ਇਹ ਡਿਜ਼ਾਸਟਰਸ ਹੁੰਦਾ, ਖਤਰਨਾਕ ਹੁੰਦਾ। ਇਸ ਕਰਕੇ ਇਹਨਾਂ ਦਾ ਬਿਲਕੁਲ ਸਹੀ ਹੋਣਾ ਔਰ ਇੱਕ ਸੰਤੁਲਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਆਪਾਂ ਇਸ ਨਿਸ਼ਕਰਸ਼ ਤੇ ਪਹੁੰਚਦੇ ਹਾਂ ਰਾਜੀਵ ਜੀ ਕਿ ਦੋਵਾਂ ਹਾਲਾਤਾਂ ਦੇ ਵਿੱਚ, ਚਾਹੇ ਉਹ ਯੂਕਰੇਨ ਤੇ ਰਸ਼ੀਆ ਦੀ ਵਾਰ ਹੋਵੇ, ਚਾਹੇ ਉਹ ਇਜ਼ਰਾਈਲ ਤੇ ਹਮਸ ਦੀ ਵਾਰ ਹੋਵੇ, ਇਹਨੂੰ ਐਂਡ ਅਪ ਹੋਣਾ ਚਾਹੀਦਾ ਹੈ ਫॉर द ਸੇਕ ਆਫ ਹਿਊਮੈਨਿਟੀ, ਕਿਉਂਕਿ ਲੜਾਈ ਦੇ ਵਿੱਚ ਹਮੇਸ਼ਾ ਨੁਕਸਾਨ ਹੁੰਦੇ ਨੇ। ਔਰ ਇੱਕ ਸ਼ਾਇਰ ਨੇ ਵੀ ਕਿਹਾ ਹੈ ਕਿ ਜੰਗ ਤੋਂ ਖੁਦ ਹੀ ਇੱਕ ਮਸਲਾ ਹੈ, ਜੰਗ ਕਿਆ ਮਸਲੋं का हल देगी। ਇਸ ਕਰਕੇ ਹੱਲ ਤਾਂ ਹਮੇਸ਼ਾ ਸ਼ਾਂਤੀ ਨਾਲ ਟੇਬਲ ਤੇ ਬੈਠ ਕੇ ਹੋਣੇ ਨੇ, ਔਰ ਉਹਦੇ ਵਿੱਚ ਹੀ ਤਰੱਕੀ ਹੈ, ਕਿਉਂਕਿ ਬਜ਼ੁਰਗ ਕਹਿੰਦੇ ਨੇ ਸ਼ਾਂਤੀ ਦੇ ਵਿੱਚ ਹੀ ਤਰੱਕੀ ਹੁੰਦੀ ਹੈ। ਥੈਂਕ ਯੂ ਸੋ ਮਚ ਰਾਜੀਵ ਜੀ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ। ਥੈਂਕ ਯੂ ਜੀ, ਥੈਂਕ ਯੂ ਖੰਨਾ ਸਾਹਿਬ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ, ਆਪਣੇ ਆਈਡੀਆਜ਼ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।